Tandoori range. Enjoy the Indian taste. ਨਿਊਜ਼ ਓਨਲੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਸਤਵਿੰਦਰ ਰੰਧਾਵਾ ਪੰਜਾਬ ਅਪਡੇਟ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਰੁਕ ਕਰਦੇ ਹਾਂ ਅੱਜ ਦੀਆਂ ਸੁਰਖੀਆਂ ਵੱਲ। ਭਾਜਪਾ ਦੇ ਰਾਸ਼ਟਰੀ ਸਕੱਤਰ ਦੀ ਕਾਂਗਰਸ ਪਾਰਟੀ ਨੂੰ ਸਲਾਹ, ਮਹਾਤਮਾ ਗਾਂਧੀ ਦੇ ਫਲਸਫੇ ਦੀ ਪਾਲਣਾ ਕਰਨ ਦੀ ਦਿੱਤੀ ਸਲਾਹ। ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਮਾਮਲਾ ਭਖਿਆ। ਅੰਮ੍ਰਿਤਸਰ ਨੂੰ ਹਾਈਵੇ ਚੋਂ ਬਾਹਰ ਕੱਢੇ ਜਾਣ ਦਾ ਹੋ ਰਿਹਾ ਵਿਰੋਧ। ਹਰਸਿਮਰਤ ਬਾਦਲ ਨੇ ਨਿਤਿਨ ਗਡਕਰੀ ਨੂੰ ਲਿਖੀ ਚਿੱਠੀ। ਸੁਖਪਾਲ ਸਿੰਘ ਖਹਿਰਾ ਕੱਢਣਗੇ ਅਰਵਿੰਦਰ ਪਹਿਲਵਾਨ ਦੇ ਹੱਕ 'ਚ ਕੈਂਡਲ ਮਾਰਚ। 25 ਮਈ ਨੂੰ ਜਲੰਧਰ 'ਚ ਕੱਢਿਆ ਜਾਵੇਗਾ ਕੈਂਡਲ ਮਾਰਚ। ਲੁਧਿਆਣਾ 'ਚ ਸ਼ਾਮ 6 ਵਜੇ ਤੋਂ ਬਾਅਦ ਵੀ ਖੁੱਲੇ ਠੇਕੇ। ਯੂਥ ਅਕਾਲੀ ਦਲ ਨੇ ਕੀਤਾ ਵਿਰੋਧ। ਤੇ ਹੁਣ ਖਬਰਾਂ ਵਿਸਥਾਰ ਨਾਲ। ਭਾਜਪਾ ਦੇ ਰਾਸ਼ਟਰੀ ਸਕੱਤਰ ਤਰੁਣ ਚੁੱਗ ਨੇ ਇੱਕ ਵਾਰ ਫੇਰ ਸ਼ਰਾਬ ਦੇ ਮੁੱਦੇ ਤੇ ਪੰਜਾਬ ਸਰਕਾਰ ਨੂੰ ਘੇਰਿਆ ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਸਲਾਹ ਦਿੱਤੀ ਹੈ ਕਿ ਪੂਰੀ ਕਾਂਗਰਸ ਪਾਰਟੀ ਸਮੇਤ ਮੁੱਖ ਮੰਤਰੀ ਨੂੰ ਇਹ ਸਲਾਹ ਦਿੱਤੀ ਗਈ ਹੈ ਕਿ ਮਹਾਤਮਾ ਗਾਂਧੀ ਦੇ ਫਲਸਫੇ ਨੂੰ ਫੋਲੋ ਕਰਨ ਦੀ ਗੱਲ ਹੈ ਅਤੇ ਮਹਾਤਮਾ ਗਾਂਧੀ ਦੀਆਂ ਗੱਲਾਂ ਕਾਂਗਰਸ ਪਾਰਟੀ ਨੂੰ ਯਾਦ ਰੱਖਣੀਆਂ ਚਾਹੀਦੀਆਂ ਨੇ। ਕਾਂਗਰਸ ਦੇ ਪ੍ਰੈਜ਼ੀਡੈਂਟ ਜਾਖੜ ਸਾਹਿਬ, ਤੁਸੀਂ ਪੰਜਾਬ ਦੇ ਅੰਦਰ ਸ਼ਰਾਬਬੰਦੀ ਲਾਗੂ ਕਰਨਾ ਚਾਹੁੰਦੇ ਹੋ ਤੇ ਸਵਾਗਤ ਹੈ। ਸਭ ਨਾਲੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਪੰਜਾਬ ਦੇ ਐਕਸਾਈਜ਼ ਐਂਡ ਟੈਕਸੇਸ਼ਨ ਮਿਨਿਸਟਰ ਨੇ, ਉਹ ਸ਼ਪਥ ਲੈ ਕੇ ਕਿ ਨਾ ਸ਼ਰਾਬ ਪੀਣਗੇ ਨਾ ਪਲਾਣਗੇ, ਇਹ ਸ਼ਪਥ ਲੈ ਕੇ ਕੈਪਟਨ ਅਮਰਿੰਦਰ ਸਿੰਘ ਜੀ ਵਿਧਾਨ ਸਭਾ 'ਚ ਪ੍ਰਸਤਾਵ ਲੈ ਕੇ ਆਣ, ਅਸੀਂ ਸਵਾਗਤ ਕਰਾਂਗੇ। ਦੇਸ਼ ਦੀ ਜਨਤਾ ਜਾਣਦੀ ਹੈ ਕਿ ਦੇਸ਼ ਦੇ ਸੁਤੰਤਰਤਾ ਸੰਗਰਾਮ ਦੇ ਅੰਦੋਲਨ 'ਚ ਮਹਾਤਮਾ ਗਾਂਧੀ ਜੀ ਨੇ, ਚਾਹੇ ਉਹਨਾਂ ਦੀ ਪੁਸਤਕ ਹਰੀਜਨ ਸੀ, ਚਾਹੇ ਉਹਨਾਂ ਦੀ ਪੁਸਤਕ ਸਵਦੇਸ਼ ਸੀ, ਔਰ ਅਨੇਕਾਂ ਲੇਖਾਂ 'ਚ ਉਹਨਾਂ ਨੇ ਸ਼ਰਾਬਬੰਦੀ ਦੀ ਸਪੋਰਟ ਕੀਤੀ ਸੀ ਔਰ ਇੱਥੋਂ ਤੱਕ ਕਿਹਾ ਸੀ ਕਿ ਸ਼ਰਾਬਬੰਦੀ 'ਚੋਂ ਆਈ ਟੈਕਸ ਦੇ ਨਾਲ ਸਕੂਲਸ ਔਰ ਵਿਕਾਸ ਦੇ ਕੰਮ ਕਰਨੇ ਇੱਕ ਘਾਤਕ ਅਪਰਾਧ ਹੈ। ਮਹਾਤਮਾ ਗਾਂਧੀ ਦੇ ਵਿਰਾਸਤ ਨੂੰ ਤਾਂ ਸਮੇਟਣ ਦੀ ਕੋਸ਼ਿਸ਼ ਕੀਤੀ ਕਾਂਗਰਸ ਨੇ। ਈਵਨ ਮਹਾਤਮਾ ਗਾਂਧੀ ਦਾ ਗਾਂਧੀ ਨੇਮ ਆਪਣੇ ਨਾਲ ਜੋੜ ਲਿਆ, ਉਪਨਾਮ ਨਾਲ ਜੋੜ ਲਿਆ ਔਰ ਦੇਸ਼ ਦੀ ਸੱਤਾ ਤੇ ਰਾਜਨੀਤੀ ਕੀਤੀ, ਦੇਸ਼ ਦੀ ਸੱਤਾ ਤੇ ਇੱਕ ਛਤਰ ਰਾਜ ਕੀਤਾ। ਲੇਕਿਨ ਮਹਾਤਮਾ ਗਾਂਧੀ ਜੀ ਦੇ ਕਿਸੇ ਇੱਕ ਨਿਯਮ ਦਾ, ਉਹਨਾਂ ਦੇ ਵਰਤ ਦਾ ਪਾਲਨ ਤੇ ਬਹੁਤ ਦੂਰ ਉਹਦੀਆਂ ਧੱਜੀਆਂ ਉਡਾ ਕੇ ਜਿਹੜੀ ਕਬਰ ਬਣੀ, ਔਰ ਤੇ ਕਾਂਗਰਸ ਨੇ ਰਾਜ ਕੀਤਾ। ਕਿੰਨੀ ਆਈਡੀਅਲ ਸੋਚ ਸੀ ਮਹਾਤਮਾ ਗਾਂਧੀ ਦੀ, ਕਿੰਨੀ ਵਧੀਆ ਸੋਚ ਸੀ। ਲੇਕਿਨ ਹਿੰਦੁਸਤਾਨ 'ਚ ਮਾਸ ਦੇ ਕਾਰਖਾਨੇ, ਗਊ ਮਾਸ ਦੇ ਪਰਿਵਾਰ ਦੇ ਕਾਰਖਾਨੇ ਕਿਹਨਾਂ ਨੇ ਲਗਾਏ? ਲਾਟਰੀ ਵਰਗਾ ਜੂਆ ਕਿਹਨਾਂ ਨੇ ਸ਼ੁਰੂ ਕੀਤਾ? ਕਿਹਨਾਂ ਦੇ ਰਾਜ 'ਚ ਸ਼ੁਰੂ ਹੋਇਆ? ਸ਼ਰਾਬ ਦੀ ਵਿਕਰੀ ਨੂੰ ਵਧਾਉਣ ਵਾਸਤੇ ਵੱਡੇ ਵੱਡੇ ਪ੍ਰਯਾਸ 70 ਸਾਲ ਕਿਹਨੇ ਕੀਤੇ? ਜਾਖੜ ਸਾਹਿਬ, ਜਨਤਾ ਨੂੰ ਜਵਾਬ ਦਿਓ। ਜਨਤਾ ਕਾਂਗਰਸ ਕੋਲੋਂ ਸੱਚ ਜਾਣਨਾ ਚਾਹੁੰਦੀ ਹੈ ਕਿ ਮਹਾਤਮਾ ਗਾਂਧੀ ਦੇ ਅਨੁਯਾਈ, ਮਹਾਤਮਾ ਗਾਂਧੀ ਦੀ ਵਿਰਾਸਤ ਨੂੰ ਲੈ ਕੇ ਚੱਲਣ ਵਾਲੇ ਲੋਕ, ਕਾਂਗਰਸ ਦੇ ਲੋਕ ਜਿਨ੍ਹਾਂ ਨੇ ਗਾਂਧੀ ਉਪਨਾਮ ਨੂੰ ਤੇ ਇਸਤੇਮਾਲ ਕੀਤਾ, ਲੇਕਿਨ ਮਹਾਤਮਾ ਗਾਂਧੀ ਦੀ ਸੋਚ ਨੂੰ ਸਾਈਡ ਤੇ ਕਰ ਦਿੱਤਾ। ਅਸੀਂ ਸਮਰਥਨ ਕਰਾਂਗੇ, ਲੇਕਿਨ ਜਾਖੜ ਸਾਹਿਬ ਜਰਾ ਜਨਤਾ ਨੂੰ ਦੱਸ ਦਿਓ ਕਿ ਦੂਜੇ ਲੋਕਡਾਊਨ ਤੋਂ ਹਿੰਦੁਸਤਾਨ ਦੀ ਪਹਿਲੀ ਸਰਕਾਰ ਸੀ ਜਿਹੜੀ ਚਿੱਠੀਆਂ ਤੇ ਚਿੱਠੀਆਂ ਲਿਖ ਰਹੀ ਸੀ ਕਿ ਸ਼ਰਾਬ ਖੋਲਣ ਦਿਓ, ਸ਼ਰਾਬ ਖੋਲਣ ਦਿਓ। ਅੱਜ ਸ਼ਰਾਬਬੰਦੀ ਦੀ ਗੱਲ ਕਰ ਰਹੇ ਹੋ ਤੁਸੀਂ, ਤੇ ਹੋਮ ਡਿਲੀਵਰੀ ਸ਼ਰਾਬ ਦੀ ਕਰਾਉਣ ਵਾਸਤੇ ਗ੍ਰਹਿ ਮੰਤਰਾਲੇ ਤੋਂ ਦੂਜੇ ਲੋਕਡਾਊਨ ਤੋਂ ਚਿੱਠੀਆਂ ਲਿਖ ਰਹੇ ਹੋ ਔਰ ਲਗਾਤਾਰ ਕੇਂਦਰ ਤੇ ਦਬਾਅ ਬਣਾ ਰਹੇ ਹੋ ਕਿ ਸਾਨੂੰ ਸ਼ਰਾਬ ਵੇਚਣ ਦੀ ਪਰਮਿਸ਼ਨ ਦਿੱਤੀ ਜਾਏ। ਤੁਹਾਡੇ ਮੰਤਰੀ ਕੈਬਨਿਟ ਦੇ ਅੰਦਰ ਝਗੜ ਰਹੇ ਨੇ ਸ਼ਰਾਬ ਵਾਸਤੇ, ਤੁਹਾਡੇ ਮੰਤਰੀ ਵਿਧਾਇਕਾਂ ਨਾਲ ਲੜ ਰਹੇ ਨੇ ਸ਼ਰਾਬ ਵਾਸਤੇ, ਚੀਫ ਸੈਕਟਰੀ ਦੀ ਪਾਲਿਸੀਜ਼ ਨਾਲ ਲੜਾਈ ਹੋ ਰਹੀ ਹੈ ਸ਼ਰਾਬ ਵਾਸਤੇ, ਚੀਫ ਸੈਕਟਰੀ ਮੰਤਰੀ ਨਾਲ ਲੜ ਰਿਹਾ ਸ਼ਰਾਬ ਵਾਸਤੇ, ਚੀਫ ਮਿਨਿਸਟਰ ਡਿਪਲੋਮੈਸੀ ਮੀਟਿੰਗ ਕਰ ਰਿਹਾ, ਲੰਚ ਡਿਪਲੋਮੈਸੀ ਕਰ ਰਿਹਾ ਸ਼ਰਾਬ ਵਾਸਤੇ, ਵੱਡਾ ਮੰਤਰੀ ਛੋਟੇ ਮੰਤਰੀ ਨੂੰ ਬੁਲਾ ਕੇ ਧਮਕਾ ਰਿਹਾ ਸ਼ਰਾਬ ਵਾਸਤੇ, ਇੱਕ ਐਮਐਲਏ ਆਪਣੀ ਹੀ ਪਾਰਟੀ ਦੇ ਫਾਈਨਾਂਸ ਮਿਨਿਸਟਰ ਨੂੰ ਟਵੀਟ ਤੇ ਪੁੱਛ ਰਿਹਾ ਸ਼ਰਾਬ ਵਾਸਤੇ, ट्विटर वार लगी है कांग्रेस शराब वास्ते।
ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕਰ ਰਹੇ ਹੋ। 60 ਦਿਨਾਂ ਦੀ ਇਸ ਮਹਾਮਾਰੀ ਦੀ ਲੜਾਈ 'ਚ ਪੂਰਨਤଃ ਅਸਫਲ ਕੈਪਟਨ ਅਮਰਿੰਦਰ ਸਿੰਘ ਦੇ ਪਾਪਾਂ ਦੀ ਸਰਕਾਰ ਨੂੰ ਬਚਾਉਣ ਵਾਸਤੇ ਸੁਨੀਲ ਜਾਖੜ ਜੀ ਗੁਗਲੀਆਂ ਸੁੱਟ ਰਹੇ। ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਹਾਈਵੇ ਚੋਂ ਅੰਮ੍ਰਿਤਸਰ ਨੂੰ ਬਾਹਰ ਕੱਢੇ ਜਾਣ ਤੇ ਪੰਜਾਬ 'ਚ ਹਾਕਮ ਦੇ ਵਿਰੋਧੀ ਧਿਰਾਂ ਸਣੇ ਸਭ ਇਕਜੁੱਟ ਹੋ ਗਏ ਹਨ ਤੇ ਇਸ ਪ੍ਰੋਜੈਕਟ ਤੋਂ ਅੰਮ੍ਰਿਤਸਰ ਨੂੰ ਬਾਹਰ ਕੱਢੇ ਜਾਣ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉੱਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਹਾਈਵੇ ਨੂੰ ਗੁਰੂ ਨਗਰੀ ਤੱਕ ਵਧਾਉਣ ਦੀ ਮੰਗ ਕੀਤੀ ਹੈ। ਦੇਖੋ ਸਾਡੀ ਇੱਕ ਖਾਸ ਰਿਪੋਰਟ। ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਦਾ ਮਾਮਲਾ ਲਗਾਤਾਰ ਭਖਦਾ ਹੀ ਜਾ ਰਿਹਾ ਹੈ। ਇਸ ਐਕਸਪ੍ਰੈਸ ਵੇ ਚੋਂ ਅੰਮ੍ਰਿਤਸਰ ਨੂੰ ਬਾਹਰ ਕੱਢਣ ਦਾ ਵਿਰੋਧ ਹੋ ਰਿਹਾ ਹੈ। ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਮੋਦੀ ਸਰਕਾਰ ਤੇ ਪੰਜਾਬ ਨਾਲ ਧੱਕਾ ਕਰਨ ਦਾ ਵੀ ਇਲਜ਼ਾਮ ਲਗਾਇਆ ਹੈ। ਗੁਰਜੀਤ ਸਿੰਘ ਔਜਲਾ ਵੱਲੋਂ ਜ਼ੋਰ ਸ਼ੋਰ ਨਾਲ ਮੰਗ ਚੁੱਕਣ ਤੋਂ ਬਾਅਦ ਹੁਣ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੂੰ ਚਿੱਠੀ ਲਿਖੀ ਹੈ ਤੇ ਅੰਮ੍ਰਿਤਸਰ ਨੂੰ ਪ੍ਰੋਜੈਕਟ 'ਚ ਸ਼ਾਮਿਲ ਕਰਨ ਦੀ ਅਪੀਲ ਕੀਤੀ ਹੈ, ਜਿਸ ਤੋਂ ਬਾਅਦ ਗੁਰਜੀਤ ਸਿੰਘ ਔਜਲਾ ਨੇ ਹਰਸਿਮਰਤ ਕੌਰ ਬਾਦਲ ਨੂੰ ਪੁਰਾਣਾ ਸਟੈਂਡ ਬਦਲਣ ਤੇ ਧੰਨਵਾਦ ਕੀਤਾ ਹੈ। ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਹਾਈਵੇ ਨੂੰ ਗੁਰੂ ਨਗਰੀ ਤੱਕ ਵਧਾਉਣ ਦੀ ਮੰਗ ਕੀਤੀ ਹੈ। ਇਸ ਤੇ ਔਜਲਾ ਨੇ ਕਿਹਾ ਹੈ ਕਿ ਉਮੀਦ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਛੇਤੀ ਹੀ ਇਸ ਮਾਮਲੇ ਨੂੰ ਲੈ ਕੇ ਕੇਂਦਰ ਤੱਕ ਪਹੁੰਚ ਕਰਨਗੇ। ਸਤਿ ਸ਼੍ਰੀ ਅਕਾਲ ਜੀ। ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਮੀਟਿੰਗ ਦੇ ਵਿੱਚ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਵੇ ਤੇ ਫੈਸਲਾ ਲਿਆ ਗਿਆ, ਜਿਹੜਾ ਉਹਨਾਂ ਵੱਲੋਂ ਮੰਗ ਕੀਤੀ ਗਈ ਕਿ ਇਹ ਜਿਹੜਾ ਹਾਈਵੇ ਹੈ ਉਹ ਗੁਰੂ ਨਗਰੀ ਤੱਕ ਅੰਮ੍ਰਿਤਸਰ ਸਾਹਿਬ ਤੱਕ ਵਧਾਇਆ ਜਾਵੇ, ਜਿਸ ਦੀ ਕਿ ਪਿਛਲੇ ਸਮੇਂ ਦੇ ਵਿੱਚ ਜਿਹੜੀਆਂ ਸਬੂਤਾਂ ਦੇ ਨਾਲ ਜਿਹੜੀ ਸਾਡੇ ਕੋਲ ਰਿਪੋਰਟਸ ਨੇ ਉਹਦੇ ਮੁਤਾਬਕ ਇਹ ਕਰਤਾਰਪੁਰ ਤੋਂ ਕਟੜੇ ਵੱਲ ਨੂੰ ਮੋੜ ਦਿੱਤਾ ਗਿਆ ਸੀ, ਜਿਹੜਾ ਕਰਤਾਰਪੁਰ ਫਰਨੀਚਰ ਦੀ ਹੱਬ ਹੈ। ਸੋ ਅੱਜ ਇਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੈਸਲਾ ਲਿਆ। ਮੈਂ ਉਹਨਾਂ ਦਾ ਅਤੀ ਧੰਨਵਾਦੀ ਹਾਂ, ਡਾਕਟਰ ਰੂਪ ਸਿੰਘ ਹੁਣਾਂ ਦਾ, ਔਰ ਸਾਡੇ ਜਿੰਨੇ ਵੀ ਮੈਂਬਰ ਸਹਿਬਾਨ ਨੇ ਜਿਨ੍ਹਾਂ ਨੇ ਗੁਰੂ ਨਗਰੀ ਦੇ ਨਾਲ ਮੋਹ ਜਿਹੜਾ ਆ ਉਹ ਆਪਣਾ ਉਸੇ ਤਰ੍ਹਾਂ ਹੀ ਬਰਕਰਾਰ ਰੱਖਿਆ ਜਿਸ ਤਰੀਕੇ ਦੇ ਨਾਲ ਲੋਕ ਇਸ ਚੀਜ਼ ਨੂੰ ਵੇਖਣਾ ਚਾਹੁੰਦੇ ਸੀ। ਔਰ ਮੈਨੂੰ ਆਸ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਪ੍ਰਧਾਨ ਮੰਤਰੀ ਜੀ ਨਾਲ, ਨਿਤਿਨ ਗਡਕਰੀ ਜੀ ਨਾਲ ਔਰ ਅਮਿਤ ਸ਼ਾਹ ਜੀ ਨਾਲ ਮੁਲਾਕਾਤ ਕਰਕੇ ਜਿਸ ਤਰੀਕੇ ਨਾਲ ਇਹਨਾਂ ਗੱਲ ਕੀਤੀ ਹੈ, ਜਿਹੜੀ ਆ ਪਹਿਲੀ ਪਰਪਲ ਲਾਈਨ ਹੈ ਉਹਨੂੰ ਔਰ ਉਸ ਤੋਂ ਵੀ ਵਧੀਆ ਤਰੀਕੇ ਦੇ ਨਾਲ ਅੰਮ੍ਰਿਤਸਰ ਤੱਕ ਜੋੜਨ ਦੀ ਜਿਹੜੀ ਕੋਸ਼ਿਸ਼ ਹੈ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਸਭਨਾਂ ਦੇ ਨਾਲ ਮੁਲਾਕਾਤ ਕਰਨਗੇ। ਮੈਂ ਇੱਕ ਵਾਰ ਤੋਂ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਉਸਦੇ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਜੀ ਦਾ ਅਤੀ ਧੰਨਵਾਦ ਕਰਦਾ ਹਾਂ ਅੰਮ੍ਰਿਤਸਰ ਸਾਹਿਬ ਵੱਲੋਂ ਬਤੌਰ ਮੈਂਬਰ ਪਾਰਲੀਮੈਂਟ। ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੰਤਰਿੰਗ ਕਮੇਟੀ ਦੀ ਇਕੱਤਰਤਾ ਦੌਰਾਨ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਵੇ ਦੇ ਮਾਮਲੇ ਵਿੱਚ ਕੇਂਦਰ ਸਰਕਾਰ ਤੱਕ ਪਹੁੰਚ ਕਰਨ ਦਾ ਫੈਸਲਾ ਕੀਤਾ ਹੈ। ਭਾਵੇਂ ਕਿ ਇਕੱਤਰਤਾ ਦੌਰਾਨ ਭਾਰਤ ਸਰਕਾਰ ਪਾਸੋਂ ਮੰਗ ਕੀਤੀ ਗਈ ਹੈ ਕਿ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਵੇ ਨੂੰ ਪਹਿਲਾਂ ਵਾਲੀ ਬਣਾਈ ਗਈ ਯੋਜਨਾ ਅਨੁਸਾਰ ਹੀ ਬਣਾਇਆ ਜਾਵੇ। ਹੁਣ ਦੇਖਣਾ ਹੋਵੇਗਾ ਕਿ ਭਾਰਤ ਸਰਕਾਰ ਇਸ ਤੇ ਕਿੰਨੀ ਛੇਤੀ ਐਕਸ਼ਨ ਲੈਂਦੀ ਹੈ। ਨਿਊਜ਼ ਡੈਸਕ ਤੋਂ ਸਤਨਾਮ ਸਿੰਘ ਬਠੋਈ ਦੀ ਰਿਪੋਰਟ। ਪੰਜਾਬ ਪੁਲਿਸ ਦੇ ਐਸਆਈ ਹੱਥੋਂ ਕਪੂਰਥਲਾ ਜ਼ਿਲ੍ਹੇ ਨਾਲ ਸੰਬੰਧਿਤ ਕਬੱਡੀ ਖਿਡਾਰੀ ਅਰਵਿੰਦਰ ਸਿੰਘ ਦੇ ਕਤਲ ਮਗਰੋਂ ਲੋਕਾਂ ਵਿੱਚ ਰੋਸ ਵਧ ਰਿਹਾ ਹੈ। ਕੁਝ ਦਿਨ ਪਹਿਲਾਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਤੇ ਕਬੱਡੀ ਫੈਡਰੇਸ਼ਨਾਂ ਨੇ ਪੰਜਾਬ ਪੁਲਿਸ ਦੀ ਤਰਜ਼ ਤੇ ਮੈਂ ਵੀ ਅਰਵਿੰਦਰ ਪਹਿਲਵਾਨ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਕਤਲ ਹੋਏ ਗਏ ਖਿਡਾਰੀ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦਾ ਮੁਆਵਜ਼ਾ ਤੇ ਸਰਕਾਰੀ ਨੌਕਰੀ ਦੇਣ ਦੀ ਵੀ ਮੰਗ ਕੀਤੀ ਗਈ ਸੀ। ਸੁਖਪਾਲ ਖਹਿਰਾ ਨੇ ਇੱਕ ਵਾਰ ਫੇਰ ਤੋਂ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਮੈਂ ਵੀ ਹਾਂ ਅਰਵਿੰਦਰ ਪਹਿਲਵਾਨ ਮੁਹਿੰਮ ਦੀ ਹਿਮਾਇਤ ਕਰਨ ਦੀ ਅਪੀਲ ਕੀਤੀ ਹੈ। ਖਹਿਰਾ ਨੇ ਅਪੀਲ ਕਰਦੇ ਹੋਏ ਕਿਹਾ ਹੈ ਕਿ 25 ਮਈ ਦਿਨ ਸੋਮਵਾਰ ਨੂੰ ਸ਼ਾਮ 5 ਵਜੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਅਰਵਿੰਦਰ ਪਹਿਲਵਾਨ ਵਾਸਤੇ ਇਨਸਾਫ ਲਈ ਇੱਕ ਕੈਂਡਲ ਮਾਰਚ ਕੱਢੀਏ ਅਤੇ ਕਿਰਪਾ ਕਰਕੇ ਮੈਂ ਵੀ ਹਾਂ ਅਰਵਿੰਦਰ ਪਹਿਲਵਾਨ ਮੁਹਿੰਮ ਦੀ ਹਿਮਾਇਤ ਲਈ ਫੇਸਬੁੱਕ ਉੱਪਰ 1 ਮਿੰਟ ਦੀਆਂ ਵੀਡੀਓ ਪੋਸਟ ਕੀਤੀਆਂ ਜਾਣ ਤਾਂ ਜੋ ਅਰਵਿੰਦਰ ਦੇ ਪਰਿਵਾਰ ਨੂੰ ਇਨਸਾਫ ਮਿਲ ਸਕੇ। ਇਹ ਜਿਹੜਾ ਕਤਲ ਹੋਇਆ ਅਰਵਿੰਦਰ ਪਹਿਲਵਾਨ ਦਾ ਤੇ ਜਿਹੜੀ ਗੋਲੀ ਨਾਲ ਜ਼ਖਮੀ ਹੋਇਆ ਪ੍ਰਦੀਪ ਲਖਣ ਕੇ ਪੱਡੇ, ਇਹਨਾਂ ਦਾ ਕਸੂਰ ਕੀ ਸੀਗਾ? ਕੈਪਟਨ ਸਾਹਿਬ ਨੂੰ ਸਿਰਫ ਇਸ ਗੱਲ ਦਾ ਜਵਾਬ ਦੇ ਦਿਓ। ਔਰ ਇਹ ਕਤਲ ਕੋਈ ਨੋਰਮਲ ਕ੍ਰਾਈਮ ਨਹੀਂਗਾ। ਇਹਦੇ 'ਚ ਜਿਹੜਾ ਪੁਲਿਸ ਅਫਸਰ ਸੀ ਐਸਆਈ ਪਰਮਜੀਤ ਸਿੰਘ, ਜਿਹਦੇ ਤੇ ਪਹਿਲਾਂ ਵੀ ਇਲਜ਼ਾਮ ਸੀਗੇ ਕਿ ਇਹ ਡਰੱਗ ਤੇ ਲਿਕਰ ਮਾਫੀਆ ਵਾ, ਇਹ ਉੱਥੇ ਲੋਕਲਾਈਜ਼ ਉੱਥੇ ਲਾਗੇ ਪੋਸਟਡ ਸੀਗਾ ਤੇ ਤਾਕਤਵਰ ਅਮੀਰ ਆਦਮੀ ਜਿਹੜੇ ਪੋਲੀਟੀਕਲ ਲੋਕ ਜਿਨ੍ਹਾਂ ਦੀਆਂ ਸ਼ਰਾਬ ਦੀਆਂ ਮਿੱਲਾਂ ਨੇ, ਉਹਨਾਂ ਦੀ ਸ਼ਰਾਬ ਇਹ ਪਿੰਡਾਂ 'ਚ ਜਦੋਂ ਲੋਕਡਾਊਨ ਵਿੱਚ ਹੋਮ ਡਿਲੀਵਰੀ ਕਰਦਾ ਸੀਗਾ। ਉਦੋਂ ਵੀ ਰਾਤ ਨੂੰ ਤਕਰਾਰ ਜਿਹੜਾ ਹੋਇਆ, ਝਗੜਾ ਹੋਇਆ, ਉਹ 10 ਵਜੇ ਰਾਤ ਨੂੰ ਪਰਦੇ ਲਾ ਕੇ ਆਪਣੀ ਗੱਡੀ ਦੇ ਵਿੱਚ ਸ਼ੱਕੀ ਹਾਲਾਤ ਵਿੱਚ ਪਿੰਡਾਂ 'ਚ ਘੁੰਮ ਰਿਹਾ ਸੀਗਾ। ਜਦੋਂ ਨੌਜਵਾਨਾਂ ਨੇ ਉਹਨੂੰ ਚੈਲੰਜ ਕੀਤਾ ਤੇ ਉਹਨੇ ਗੋਲੀਆਂ ਮਾਰ ਕੇ ਸਾਡਾ ਇੱਕ ਹੋਣਹਾਰ ਵਿਸ਼ਵ ਪੱਧਰੀ ਕਬੱਡੀ ਦਾ ਖਿਡਾਰੀ ਉਸ ਨੂੰ ਮਾਰਤਾ। ਬਹੁਤ ਸਾਰੀਆਂ ਕਬੱਡੀ ਆਰਗੇਨਾਈਜੇਸ਼ਨਸ ਨੇ, ਬਹੁਤ ਸਾਰੇ NRIs ਨੇ, ਬਹੁਤ ਸਾਰੀਆਂ ਫੈਡਰੇਸ਼ਨਸ ਨੇ, ਬਹੁਤ ਸਾਰੇ ਕਬੱਡੀ ਪ੍ਰਮੋਟਰਸ ਨੇ।
ਉਹਨਾਂ ਦੀ ਮਦਦ ਵੀ ਕੀਤੀ। ਅਸੀਂ ਉਹਨਾਂ ਦਾ ਸਾਰਿਆਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜਿਸ ਦਿਨ ਅਸੀਂ ਜਲੰਧਰ ਇਕੱਠੇ ਹੋਏ, ਬਹੁਤ ਸਾਰੇ ਕਬੱਡੀ ਦੇ ਆਪ ਖਿਡਾਰੀ ਨੌਜਵਾਨ ਉਹ ਸਾਰਿਆਂ ਨੇ ਆਣ ਕੇ ਉਸ ਦੀ ਸਪੋਰਟ ਕੀਤੀ। ਔਰ ਉਸ ਤੋਂ ਬਾਅਦ ਜਿਹੜਾ ਇੱਕ ਸੋਸ਼ਲ ਮੀਡੀਆ ਦੇ ਉੱਤੇ ਮੈਂ ਵੀ ਰਵਿੰਦਰ ਭਲਵਾਨ, ਇੱਕ ਕਾਫੀ ਵੱਡੀ ਪੱਧਰ ਤੇ ਮੁਹਿੰਮ ਚਲਾਈ ਗਈ। ਬੱਚਿਆਂ ਨੇ, ਲੜਕੀਆਂ ਨੇ, ਪਲੇਅਰਸ ਨੇ, ਆਮ ਪਿੰਡਾਂ ਦੇ ਸਧਾਰਨ ਲੋਕਾਂ ਨੇ ਇਸ ਨੂੰ ਅੱਗੇ ਵਧਾਇਆ। ਪਰ ਅਫਸੋਸ ਕਿ ਪੰਜਾਬ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ। ਪਤਾ ਨਹੀਂ ਉਹਨਾਂ ਦੇ ਜਾਂ ਤਾਂ ਕੋਈ ਪ੍ਰੈਸਟੀਜ ਇਸ਼ੂ ਬਣਾ ਲਿਆ ਕਿ ਸ਼ਾਇਦ ਆਪੋਜੀਸ਼ਨ ਨੇ ਜਾਂ ਵਿਰੋਧੀਆਂ ਨੇ ਮਸਲਾ ਉਠਾ ਰਿਹਾ, ਇਸ ਲਈ ਹੁਣ ਅਸੀਂ ਕੁਝ ਨਹੀਂ ਕਰਨਾ। ਮੈਂ ਬਤੌਰ ਭੁਲੱਥ ਦੇ ਇਲੈਕਟਡ ਐਮਐਲਏ ਆਪਣਾ ਰੋਲ ਅਦਾ ਕਰ ਰਿਹਾ। ਮੇਰਾ ਕੋਈ ਜ਼ਾਤੀ ਇਹਦੇ ਵਿੱਚ ਨਾ ਕੋਈ ਲਾਲਚ ਆ, ਨਾ ਕੋਈ ਇਹਦੇ 'ਚ ਨਾ ਕੋਈ ਮੇਰੀ ਪ੍ਰੈਸਟੀਜ ਆ। ਜੇ ਕੈਪਟਨ ਸਾਹਿਬ ਅੱਜ ਹੀ ਪਰਿਵਾਰ ਦੇ ਨਾਲ ਹਮਦਰਦੀ ਜਤਾ ਕੇ ਤੇ ਉਹਨਾਂ ਨੂੰ ਕੰਪਨਸੇਟ ਕਰ ਦੇਣ ਤੇ ਉਹਦੇ ਪਰਿਵਾਰ ਨੂੰ ਜਾਂ ਪ੍ਰਦੀਪ ਨੂੰ ਜੌਬ ਦੇ ਦੇਣ, ਸਰਕਾਰੀ ਨੌਕਰੀ ਦੇ ਦੇਣ, ਤਾਂ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ, ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਾਂਗੇ। ਅਸੀਂ ਉਹਨਾਂ ਦੀ ਸਾਰੀ ਦੁਨੀਆ ਦੇ ਵਿੱਚ ਜਿਹਨੂੰ ਕਹਿੰਦੇ ਆ ਕਿ ਵਜ਼ਾਹਤ ਕਰਾਂਗੇ ਕਿ ਅੱਛਾ ਕੰਮ ਕੀਤਾ ਵਾ। ਪਰ ਉਹਨਾਂ ਨੇ ਬੇਵਜ੍ਹਾ ਬੇਲੋੜੀ ਇੱਕ ਪ੍ਰੈਸਟੀਜ ਬਣਾ ਕੇ ਤੇ ਇਸ ਇਸ਼ੂ ਤੇ ਉਹ ਇਨਕਾਰੀ ਹੋ ਰਹੇ ਨੇ ਇਨਸਾਫ ਦੇਣ ਤੋਂ। ਇਸ ਲਈ ਇਸ ਨੂੰ ਮੱਦੇਨਜ਼ਰ ਰੱਖਦੇ ਮੈਂ ਸਾਰੇ ਦੁਨੀਆ ਵਿੱਚ ਜਿੱਥੇ ਵੀ ਤੁਸੀਂ NRIs ਬੈਠੇ ਹੋ, ਸਾਰੇ ਕਬੱਡੀ ਨਾਲ ਪਿਆਰ ਕਰਦੇ ਹੋ। ਜਿੰਨੀਆਂ ਕਬੱਡੀ ਫੈਡਰੇਸ਼ਨ, ਮੈਨੂੰ ਬਹੁਤ ਜ਼ਿਆਦਾ ਡਿਟੇਲਸ ਨਹੀਂ ਪਤਾ ਕਿ ਕਿਹੜੀ ਕਬੱਡੀ ਫੈਡਰੇਸ਼ਨ ਹੈ, ਮੇਰੀ ਸਭ ਨੂੰ ਹੱਥ ਬੰਨ੍ਹ ਕੇ ਬੇਨਤੀ ਕਿ ਆਓ ਆਪਾਂ ਫਿਰ ਹੁਣ ਇਸ ਨੂੰ ਅਗਲੇ ਪੜਾਅ ਵਿੱਚ ਲੈ ਕੇ ਚੱਲੀਏ। ਇਸ ਅਗਲੇ ਪੜਾਅ ਵਿੱਚ ਪੀਸਫੁਲ ਤਰੀਕੇ ਨਾਲ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਕਰਫਿਊ ਜਿਹੜਾ 7 ਵਜੇ ਸ਼ਾਮ ਨੂੰ ਇੰਪੋਜ਼ ਹੋ ਜਾਂਦਾ, ਉਸ ਦੇ ਨੂੰ ਧਿਆਨ ਵਿੱਚ ਰੱਖਦੇ ਆਪਾਂ ਇੱਕ ਕੈਂਡਲ ਮਾਰਚ ਜਿਹੜੀ ਆ ਉਹ 25 ਮਈ ਨੂੰ ਸ਼ਾਮ 5 ਵਜੇ ਆਪਾਂ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਇਕੱਠੇ ਹੋਈਏ ਸਾਰੇ। ਲੁਧਿਆਣਾ ਵਿੱਚ 6 ਵਜੇ ਦੇ ਬਾਅਦ ਸਾਰੇ ਦੁਕਾਨਦਾਰਾਂ ਨੂੰ ਆਪਣੀ ਦੁਕਾਨਾਂ ਬੰਦ ਕਰਨ ਦੇ ਆਦੇਸ਼ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਹਨ। ਪਰ ਸ਼ਰਾਬ ਦੀਆਂ ਦੁਕਾਨਾਂ ਖੁੱਲ੍ਹੇ ਰੱਖਣ ਦੇ ਵਿਰੋਧ ਵਿੱਚ ਯੂਥ ਅਕਾਲੀ ਦਲ ਨੇ ਰੇਲਵੇ ਸਟੇਸ਼ਨ ਨੇੜੇ ਗਲੇ ਵਿੱਚ ਘੜੀਆਂ ਪਾ ਕੇ ਟਾਈਮ ਵਿਖਾਇਆ ਕਿ ਕਿਵੇਂ ਵਾਈਨ ਸ਼ਾਪ ਵਾਲੇ 6 ਵਜੇ ਦੇ ਬਾਅਦ ਵੀ ਦੁਕਾਨਾਂ ਖੋਲ੍ਹ ਕੇ ਬੈਠੇ ਨੇ। ਇਸ ਦੌਰਾਨ ਉਹਨਾਂ ਨੇ ਦੁੱਧ ਦਾ ਠੇਕਾ ਖੋਲ੍ਹ ਕੇ ਦੁੱਧ ਵੀ ਵੰਡਿਆ। ਅੱਜ ਅਸੀਂ ਦੁੱਧ ਦਾ ਠੇਕੇ ਦਾ ਦੁਬਾਰਾ ਦਾ ਕਾਰਨ ਕੀ ਆ, ਘੜੀਆਂ ਪਾਈਆਂ, ਤੁਸੀਂ ਦੇਖ ਸਕਦੇ ਘੜੀਆਂ। ਆ ਟਾਈਮ 6:45 ਦਾ, 6 ਵਜੇ ਤੱਕ ਸਾਰੀਆਂ ਦੁਕਾਨਾਂ ਬੰਦ ਕਰਨ ਦੇ ਆਰਡਰ ਹੈ। ਪਰ ਠੇਕੇ ਵਾਲਿਆਂ ਨੂੰ ਸਪੈਸ਼ਲ ਰਹਿਤ ਤਾਂ ਦਿੱਤੀ ਹੋਈ ਹੈ ਸਰਕਾਰ। ਮੈਨੂੰ ਕਿਤੇ ਨਾ ਕਿਤੇ ਡਾਊਟ ਤਾਂ ਲੱਗਦਾ ਦਾਲ ਕਾਲੀ ਕਿਉਂ ਲੱਗਦੀ ਹੈ, ਕਿਉਂਕਿ ਇਹ ਚਾਹੁੰਦੇ 6 ਵਜੇ ਤੋਂ ਬਾਅਦ ਜਿਹੜੀ ਨਕਲੀਆਂ ਸ਼ਰਾਬ ਦੀਆਂ ਜੇ ਫੈਕਟਰੀਆਂ ਫੜੀਆਂ ਜਾ ਰਹੀਆਂ, ਜਿੱਥੇ ਟੀਚਰਾਂ ਦੀਆਂ ਡਿਊਟੀਆਂ ਲਾ ਦਿੱਤੀਆਂ ਗਈਆਂ ਸੀ, ਉਹ ਫੈਕਟਰੀਆਂ ਦਾ ਜਿਹੜਾ ਮਾਲ ਨਕਲੀ ਹੈ ਉਹ ਕਿਤੇ ਨਾ ਕਿਤੇ 2 ਨੰਬਰ 'ਚ ਵੇਚਣਾ ਚਾਹੁੰਦੇ ਆ। ਤੇ ਅਸੀਂ ਲੋਕਾਂ ਨੂੰ ਜਗਾਉਂਦੇ ਭੋਲੇ ਭਾਲੇ ਦੁਕਾਨਦਾਰਾਂ ਦਾ ਚਲਾਨ 6 ਵਜੇ ਤੋਂ ਬਾਅਦ ਤੇ ਠੇਕੇ ਵਾਲਿਆਂ ਨੂੰ ਖੁੱਲ੍ਹੀ ਛੂਟ। ਇੱਥੇ ਪਤਾ ਲੱਗਦਾ ਕਿ ਪੰਜਾਬ ਸਰਕਾਰ ਦੀ ਨੀਅਤ ਖੋਟ ਹੈ ਤੇ ਉਹ ਨੀਅਤ ਖੋਟ ਦੀ ਅਸੀਂ ਆ ਪੋਲ ਖੋਲ ਰਹੇ ਹਾਂ। ਅੱਜ ਪੋਲ ਖੋਲੀ ਹੈ, ਟਾਈਮ ਤੁਸੀਂ ਚੈੱਕ ਕਰ ਸਕਦੇ ਹੋ। ਸਰਕਾਰ ਜਾਗੇ, ਜਿਮ ਖੋਲੇ, ਜਿਹਨਾਂ ਇਮਿਊਨਿਟੀ ਪਾਵਰ ਵਧਣੀ ਹੈ। ਠੇਕੇ ਨਾ ਖੋਲੋ, ਬੜਾਵਾ ਨਾ ਦਿਓ, ਕਿਤੇ ਤੁਸੀਂ ਸੋਹਾਂ ਕਰਦੇ ਤੇ ਅੱਜ ਤੱਕ ਹਾਲਾਤ ਕੀ ਬਣ ਗਏ। ਇੱਥੋਂ ਪਤਾ ਲੱਗਦਾ ਕਿ ਪੰਜਾਬ ਸਰਕਾਰ ਦਾ ਨਾਕਾਮ ਚਿਹਰਾ ਸਾਰੇ ਸਾਹਮਣੇ ਆ ਚੁੱਕਾ ਹੈ। ਜਦੋਂ ਤੋਂ ਪੰਜਾਬ ਵਿੱਚ ਲਾਕਡਾਊਨ ਅਤੇ ਕਰਫਿਊ ਲੱਗਿਆ ਹੋਇਆ ਉਦੋਂ ਤੋਂ ਹੀ ਲੋਕਾਂ ਦੇ ਜ਼ਿਆਦਾਤਰ ਕੰਮਕਾਜ ਬੰਦ ਨੇ। ਬੇਸ਼ੱਕ ਹੁਣ ਸਰਕਾਰ ਨੇ ਕੁਝ ਕਾਰੋਬਾਰੀਆਂ ਨੂੰ ਛੋਟ ਦਿੱਤੀ ਹੈ ਤੇ ਜ਼ਿੰਦਗੀ ਦੀ ਗੱਡੀ ਪਟੜੀ ਉੱਤੇ ਆਉਣੀ ਸ਼ੁਰੂ ਹੋ ਚੁੱਕੀ ਹੈ, ਪਰ ਕਰੋਨਾ ਦੇ ਡਰ ਦੀ ਵਜ੍ਹਾ ਨਾਲ ਜੋ ਸਰਕਾਰੀ ਹਦਾਇਤਾਂ ਲੱਗੀਆਂ ਹਨ ਉਸ ਦੇ ਕਾਰਨ ਆਮ ਲੋਕ ਖੁੱਲ੍ਹ ਕੇ ਕੰਮ ਧੰਦਾ ਨਹੀਂ ਕਰ ਪਾ ਰਹੇ। ਪਰ ਫਿਰ ਵੀ ਲੋਕ ਥੋੜਾ ਬਹੁਤ ਆਪਣੇ ਜੀਣ ਲਾਇਕ ਕੰਮਕਾਜ ਦਾ ਜੁਗਾੜ ਲਗਾਉਂਦੇ ਦਿਖਾਈ ਦੇ ਰਹੇ ਨੇ। ਅਤੇ ਹੁਣ ਜਿਵੇਂ ਹੀ ਥੋੜਾ ਬਹੁਤ ਕੰਮ ਚੱਲਣ ਲੱਗਿਆ ਹੈ ਉਦੋਂ ਹੀ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਬਿਜਲੀ ਦੇ ਬਿੱਲ ਭੇਜਣੇ ਸ਼ੁਰੂ ਕਰ ਦਿੱਤੇ ਨੇ। ਇਹ ਬਿੱਲ ਐਵਰੇਜ ਬੇਸ ਉੱਤੇ ਜ਼ਿਆਦਾ ਭੇਜੇ ਜਾ ਰਹੇ ਨੇ, ਜਿਸ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਵੱਲੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਇੱਕ ਸਰਕਾਰ ਦੇ ਨਾਮ ਮੰਗ ਪੱਤਰ ਸੌਂਪਿਆ ਗਿਆ ਹੈ। ਮੇਨ ਮੁੱਦਾ ਜਿਹੜਾ ਸਾਡਾ ਹੈਗਾ ਸੀਗਾ ਕਿ ਬਿਜਲੀ ਦੇ ਬਿੱਲ ਜਿਹੜੇ ਨੇ ਲੋਕਾਂ ਦੇ ਬਹੁਤ ਜ਼ਿਆਦਾ ਆਏ ਨੇ। ਇਹਨਾਂ ਨੇ ਪਿਛਲੇ ਸਾਲ ਦੀਆਂ ਰੀਡਿੰਗਾਂ ਦੇ ਹਿਸਾਬ ਨਾਲ ਬਿਜਲੀ ਦੇ ਬਿੱਲ ਕਿਹਾ ਸੀ ਦੇਵਾਂਗੇ, ਪਰ ਮੇਰਾ ਖਿਆਲ ਹੈ ਉਹ ਵੀ ਬਿੱਲ ਨਹੀਂ ਲਏ। ਇਹਨਾਂ ਨੇ ਜ਼ਿਆਦਾ ਬਿੱਲ ਜਿਹੜੇ ਲੋਕਾਂ ਨੂੰ ਭੇਜੇ ਨੇ। ਅਸੀਂ ਤੇ ਇਹ ਮੰਗ ਕਰਨ ਆਏ ਹਾਂ ਕਿ ਸਰਕਾਰ ਜਦੋਂ 2 ਮਹੀਨੇ ਤੋਂ ਲੋਕਾਂ ਦਾ ਬਿਲਕੁਲ ਕੋਈ ਕੰਮ ਹੀ ਨਹੀਂ ਹੈਗਾ, ਬਿਲਕੁਲ ਕੋਈ ਰੁਜ਼ਗਾਰ ਹੀ ਨਹੀਂ ਹੈਗਾ, ਸਾਰਾ ਕਰਫਿਊ ਲੱਗਾ ਰਿਹਾ, ਲਾਕਡਾਊਨ ਅਜੇ ਵੀ ਲੱਗਾ ਹੈਗਾ, ਤੇ ਲੋਕਾਂ ਦੇ ਉੱਪਰ ਇੰਨੀ ਜਿਹੜੀ ਹੈਗੀ ਬਿਜਲੀ ਦੇ ਬਿੱਲਾਂ ਦੀ ਜਿਹੜੀ ਹੈਗੀ ਕਿਉਂ ਬੋਝ ਪਾਇਆ ਜਾ ਰਿਹਾ। ਸਰਕਾਰ ਚਾਹਵੇ ਤੇ 2 ਮਹੀਨੇ ਦਾ ਬਿੱਲ ਜਿਹੜਾ ਲੋਕਾਂ ਦਾ ਜਿਹੜਾ ਮਾਫ ਕਰ ਸਕਦੀ ਹੈਗੀ। ਤੇ ਅਸੀਂ ਇਹ ਬੇਨਤੀ ਕਰਨ ਆਏ ਸੀਗੇ, ਮੰਗ ਪੱਤਰ ਦੇਣ ਆਏ ਸੀਗੇ ਕਿ 2 ਮਹੀਨੇ ਦਾ ਲੋਕਾਂ ਦਾ ਜਿਹੜਾ ਹੈਗਾ ਲਾਕਡਾਊਨ ਦੇ ਪੀਰੀਅਡ ਦਾ ਜਿਹੜਾ ਹੈਗਾ ਬਿਜਲੀ ਦਾ ਬਿੱਲ ਜਿਹੜਾ ਹੈਗਾ ਬਿਲਕੁਲ ਬੰਦ ਕੀਤਾ ਜਾਏ, ਕਿਉਂਕਿ ਬਿਜਲੀ ਜਿਹੜੀ ਹੈ ਪੰਜਾਬ ਦੇ ਵਿੱਚ ਬਿਜਲੀ ਸਭ ਤੋਂ ਜ਼ਿਆਦਾ ਪ੍ਰੋਡਿਊਸ ਕੀਤੀ ਜਾਂਦੀ ਹੈ। ਸਰਪਲਸ ਹੈਗਾ, ਸੂਬਾ ਸਰਪਲਸ ਹੈਗਾ, ਔਰ ਬਿਜਲੀ ਜਿਹੜੀ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟ 'ਚ ਬਣਦੀ ਹੈ ਉਹ 57 ਪੈਸੇ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਪੈਂਦੀ ਹੈ, ਤੇ 57 ਪੈਸੇ ਸਰਕਾਰ ਲਈ ਕੁਝ ਵੀ ਨਹੀਂ ਹੈਗਾ। ਸੋ ਪੰਜਾਬ ਦੀ ਆਪਣੀ ਬਿਜਲੀ ਹੈਗੀ ਕਿਤੋਂ ਖਰੀਦ ਕੇ ਨਹੀਂ ਲੈ ਕੇ ਆ ਰਿਹਾ, ਤੇ ਫਿਰ ਕਿਉਂ ਸਰਕਾਰਾਂ ਜਿਹੜੀ ਹੈਗੀ ਲੋਕਾਂ ਕੋਲੋਂ ਬਿਜਲੀ ਦੇ ਬਿੱਲ ਲੈ ਰਹੀਆਂ ਹੈਗੀ। ਦੇਖੋ ਜੀ, ਆਪਾਂ ਤੇ ਲੋਕਾਂ ਦਾ ਦਰਦ ਹੈ ਜੋ ਉਹ ਆਪਾਂ ਸਰਕਾਰਾਂ ਤੱਕ ਲੈ ਕੇ ਆ ਸਕਦੇ ਹਾਂ। ਮੰਨਣਾ ਨਾ ਮੰਨਣਾ ਉਹ ਇਹਨਾਂ ਦੀ ਮਰਜ਼ੀ ਹੈ,
ਪਰ ਇਹਨਾਂ ਅਸੀਂ ਜ਼ਰੂਰ ਕਹਿੰਦੇ ਆ ਵੀ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਕੰਮ ਕਰ ਰਹੀ ਹੈ, ਉਸ ਤਰ੍ਹਾਂ ਤੇ ਜੇ ਕਿਤੇ ਪੰਜਾਬ ਦੀ ਸਰਕਾਰ ਕੰਮ ਕਰਦੀ ਹੁੰਦੀ ਤੇ ਅੱਜ ਲੋਕ ਇੱਥੋਂ ਦੇ ਖੁਸ਼ ਨਜ਼ਰ ਆਉਣੇ ਸੀ। ਪਰ ਲੋਕ ਦੁਖੀ ਨੇ, ਕਾਰੋਬਾਰ ਬੰਦ ਨੇ, ਜੋ ਹੁਣ ਵੀ ਖੁੱਲ ਰਹੇ ਨੇ, ਇੱਕ ਦਿਨ ਦੁਕਾਨਾਂ ਖੁੱਲ ਰਹੀਆਂ, ਇੱਕ ਦਿਨ ਬੰਦ ਰਹਿ ਰਹੀਆਂ। ਜੋ ਇਨਕਮ ਸੋਰਸ ਸੀ ਉਹ ਲੋਕਾਂ ਦੇ ਨਹੀਂ ਰਹੇ, ਪਰ ਖਰਚੇ ਉਹੀ ਨੇ। ਸਾਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਵੀ ਕੈਪਟਨ ਸਰਕਾਰ ਨੂੰ ਜੋ ਬਣਦਾ ਲੋਕਾਂ ਦੇ ਨਾਲ ਸਾਥ ਦੇਣਾ, ਜੋ ਇਸ ਸਮੇਂ ਖੜਨਾ ਚਾਹੀਦਾ ਸੀ, ਉਹ ਨਜ਼ਰ ਨਹੀਂ ਆ ਰਹੇ ਔਰ ਲੋਕ ਇਸ ਟਾਈਮ ਤਰਾਸਦੀ ਹਾਲਾਤ ਦੇ ਵਿੱਚ ਨਜ਼ਰ ਆ ਰਹੇ। ਖਬਰਾਂ ਦਾ ਸਿਲਸਿਲਾ ਇਦਾਂ ਹੀ ਜਾਰੀ ਰਹੇਗਾ। ਮਿਲਦੇ ਹਾਂ ਇੱਕ ਨਿੱਕੀ ਜੀ ਬ੍ਰੇਕ ਤੋਂ ਬਾਅਦ। Ashoka Tandoori Range. Enjoy the Indian taste. Ashoka Tandoori Range. Enjoy the Indian taste. ਲੁਧਿਆਣਾ ਵਿੱਚ ਅੱਜ ਮਜ਼ਦੂਰ ਜਥੇਬੰਦੀਆਂ ਵੱਲੋਂ ਇਕਜੁੱਟ ਹੋ ਕੇ ਡੀਸੀ ਦਫ਼ਤਰ ਬਾਹਰ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਵੱਖ-ਵੱਖ ਮਜ਼ਦੂਰ ਜਥੇਬੰਦੀਆਂ ਅਤੇ ਖੱਬੇ ਪੱਖੀ ਪਾਰਟੀਆਂ ਵੱਲੋਂ ਇਨ੍ਹਾਂ ਧਰਨਿਆਂ ਵਿੱਚ ਹਿੱਸਾ ਲਿਆ ਗਿਆ। ਉੱਥੇ ਮਜ਼ਦੂਰ ਯੂਨੀਅਨਾਂ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਉਹਨਾਂ ਦੇ ਹੱਕਾਂ ਦਾ ਘਾਣ ਕੀਤਾ ਜਾ ਰਿਹਾ ਹੈ। कोरोना महामारी कारण पंजाब समेत पूरे देश 'ਚ गरीब वर्ग ਨੂੰ कई मुश्किलों का सामना करना पै रहा है। जेकर गल पंजाब 'ਚ काम कर रहे मजदूरों की करिए तो उन्हां दी स्थिति बहुती ठीक नहीं है। हुण लुधियाना 'ਚ मजदूरों वालों अपनी मंगां नूं लैके धरना लगा के रोस प्रदर्शन किया गया। इस दौरान मजदूरों ने सोशल डिस्टेंस का बिल्कुल भी ध्यान ना देंदे होए करफ्यू दौरान जारी हदायतां की अणगहली की। उत्थे ही पत्रकारां नाल गलबात करदिआं खब्बे पक्षी पार्टियां दे लुधियाना तो आगू अरुण ने कहा कि केंद्र सरकार ने कई साल लड़ के हक लैण वाले मजदूरां दे सारे अधिकार खत्म कर दिते ने। उन्हां कहा कि गुजरात अते कई होर सूबे दी सरकारां ने तां मजदूर दे 8 घंटे काम करन दे अधिकार नूं भी खत्म कर दिता है। ਅੱਜ ਦੇਸ਼ ਭਰ ਦੇ ਵਿੱਚ ਦੇਸ਼ ਦੀਆਂ 10 ਕੇਂਦਰੀ ਟ੍ਰੇਡ ਯੂਨੀਅਨਾਂ ਅਤੇ ਹੋਰ ਐਸੋਸੀਏਸ਼ਨਾਂ ਤੇ ਫੈਡਰੇਸ਼ਨਾਂ ਵੱਲੋਂ ਸਾਂਝੇ ਤੌਰ ਤੇ ਇਹ ਸੱਦਾ ਦਿੱਤਾ ਗਿਆ ਹੈ ਕਿ ਕੇਂਦਰ ਦੀ ਸਰਕਾਰ ਦੀ ਜੋ ਮਜ਼ਦੂਰ ਵਿਰੋਧੀ ਨੀਤੀ ਹੈ ਉਸ ਦੇ ਵਿਰੁੱਧ ਇਹ ਪ੍ਰਦਰਸ਼ਨ ਸਾਰੇ ਦੇਸ਼ ਵਿੱਚ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਨੇ ਅਸੀਂ ਦੇਖ ਰਹੇ ਹਾਂ ਕਿ ਪਿਛਲੇ ਸਮੇਂ ਵਿੱਚ ਕੋਵਿਡ-19 ਦੇ ਬਹਾਨੇ ਮਜ਼ਦੂਰਾਂ ਦੇ ਸਾਰੇ ਅਧਿਕਾਰ ਖੋਹ ਲਏ। ਇੱਕ ਤੇ ਪਹਿਲੀ ਗੱਲ ਤਾਂ ਜਿਹੜਾ ਕੰਮ ਕਰਨ ਦਾ ਅਧਿਕਾਰ ਸੀ 8 ਘੰਟੇ ਦਾ, ਜੋ ਕਿ ਮਜ਼ਦੂਰਾਂ ਨੇ 150 ਸਾਲ ਪਹਿਲੇ ਲੜਾਈ ਲੜ ਕੇ ਜਿੱਤਿਆ ਸੀ ਅਤੇ ਉਹ ਸਾਰੀ ਦੁਨੀਆ ਵਿੱਚ ਲਾਗੂ ਹੈ। ਇਹਨਾਂ ਨੇ ਉਹਨੂੰ 8 ਤੋਂ 12 ਘੰਟੇ ਕਰਤਾ। ਜੇ 8 ਤੋਂ 12 ਘੰਟੇ ਕਰਨਾ ਹੈ ਤਾਂ 16 ਘੰਟੇ ਦੀ ਤਨਖਾਹ ਦੇਣੀ ਪਏਗੀ। ਪਰ ਇਹ ਕਹਿੰਦੇ ਨੇ ਕਿ ਅਸੀਂ ਤਨਖਾਹ 8 ਘੰਟੇ ਦੀ ਦੇਵਾਂਗੇ, ਕੰਮ 12 ਘੰਟੇ ਲਵਾਂਗੇ। ਅਸੀਂ ਇਸ ਦਾ ਪੁਰਜ਼ੋਰ ਵਿਰੋਧ ਕਰਦੇ ਹਾਂ ਤੇ ਮੰਗ ਕਰਦੇ ਹਾਂ ਕਿ ਫੌਰੀ ਤੌਰ ਤੇ ਇਸ ਨੂੰ ਵਾਪਸ ਲੈਣਾ ਚਾਹੀਦਾ ਹੈ। ਦੂਸਰੀ ਜਿਹੜੀ ਹੈ ਕਿ ਕਈ ਸਰਕਾਰਾਂ ਨੇ, ਜਿਵੇਂ ਉੱਤਰ ਪ੍ਰਦੇਸ਼ ਦੀ ਸਰਕਾਰ ਜਾਂ ਗੁਜਰਾਤ ਦੀ ਸਰਕਾਰ ਜਾਂ ਕਰਨਾਟਕ ਦੀ ਸਰਕਾਰ ਨੇ ਤੇ ਸਾਰੇ ਹੀ ਮਜ਼ਦੂਰਾਂ ਦੇ ਕਾਨੂੰਨ ਖਤਮ ਕਰ ਦਿੱਤੇ। ਇਹ ਬਿਲਕੁਲ ਹੀ ਅੰਤਰਰਾਸ਼ਟਰੀ ਜਿਹੜੀ ਸੰਧੀਆਂ ਹਨ ਉਹਦੇ ਵੀ ਉਲਟ ਹੈ ਅਤੇ ਇਨਸਾਨੀਅਤ ਦੇ ਉਲਟ ਹੈ। ਉਹ ਫੌਰੀ ਤੌਰ ਤੇ ਵਾਪਸ ਹੋਣੇ ਚਾਹੀਦੇ ਹਨ। ਜੋ ਉਹਨਾਂ ਨੇ ਸਭ ਕੁਝ ਨਿਰਸਤ ਕੀਤਾ ਹੈ, ਅਸੀਂ ਉਸ ਦਾ ਪੁਰਜ਼ੋਰ, ਉਸ ਦੀ ਨਿਖੇਧੀ ਕਰਦੇ ਹਾਂ। ਉਧਰ ਦੂਜੇ ਪਾਸੇ ਮਜ਼ਦੂਰ ਵਰਗ ਯੂਨੀਅਨ ਦੇ ਆਗੂ ਅਤੇ ਆਲ ਇੰਡੀਆ ਕਾਂਗਰਸ ਮਜ਼ਦੂਰ ਵਰਗ ਦੇ ਲੁਧਿਆਣਾ ਤੋਂ ਪ੍ਰਧਾਨ ਮਾਸਟਰ ਫਿਰੋਜ਼ ਨੇ ਕਿਹਾ ਕਿ ਉਹ ਬਹੁਤ ਪਰੇਸ਼ਾਨ ਨੇ। ਮਜ਼ਦੂਰ ਵਰਗ ਸੜਕਾਂ ਤੇ ਹੈ ਅਤੇ ਆਪਣੇ ਹੱਕ ਦੀ ਲੜਾਈ ਉਹ ਅੱਜ ਲੜਨ ਆਏ ਨੇ। ਪਰ ਜਦੋਂ ਉਹਨਾਂ ਨੂੰ ਆਪਸੀ ਦਾਇਰਾ ਬਣਾਈ ਰੱਖਣ ਲਈ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਧਰਨਾ ਦੇ ਰਹੇ ਸਾਰੇ ਲੋਕਾਂ ਦੀ ਜ਼ਿੰਮੇਵਾਰੀ ਉਹ ਲੈਂਦੇ ਨੇ, ਪਰ ਆਪਣੇ ਹੱਕ ਦੀ ਆਵਾਜ਼ ਬੁਲੰਦ ਕਰਨ ਲਈ ਉਹਨਾਂ ਨੂੰ ਇਹ ਤਰੀਕਾ अपनाना पै रहा है। आज जो पूरे देश के अंदर में महामारी का दौर चल रहा है, इसमें भी राजनीति मोदी सरकार खेल रहे हैं। जो केंद्र की सरकार है ये देश की विकास में विफल है और ये जात पात की राजनीति कर रहे हैं और ये कोरोना वायरस इनकी एक राजनीति का षड्यंत्र है और ये इस कोरोना वायरस के जरिए इंसानों पे टारगेट कर रहे हैं। इनको लोग ने प्रधानमंत्री रिलीफ फंड में लाखों करोड़ रुपए दिए। अगर ये एक एक इंसान के घर पे अगर उसके अकाउंट में पूरे 125 करोड़ देशवासियों को अगर अकाउंट में पैसे डाले जाते तो सबको 1-1 लाख प्लस पैसा उसके अकाउंट में पहुंचता और आज ये देश के हर नागरिक खुशहाल होते।
मेरा कहने का मतलब ये है, ये 20 लाख करोड़ का जो घोषणा कर रहे हैं, ये सब ढोंग कर रहे हैं, नटंकी कर रहे हैं। पूरे देश का पैसा ये हड़प के बैठ गया और देश के जनता को बेवकूफ़ बनाने की कोशिश कर रहे हैं। मैं इसकी कड़ी निंदा करता हूं और इसके ऊपर मैं चाहता हूं सुप्रीम कोर्ट आयोग ये जांच बिठाए, चाहे वो प्रधानमंत्री हो, चाहे देश का कोई भी मंत्री हो, उसके ऊपर जांच बैठनी चाहिए और वो भ्रष्टाचार में लिप्त है, उसको कड़ी से कड़ी सजा मिलनी चाहिए। मेरा कहने का मतलब यह है, आज पूरे देश के अंदर में मजदूरों के साथ धोखा हो रहा है, इंसानों के साथ छल किया जा रहा है। एक इंसान डेथ कर जाता है, उसको मुसलमान एक अर्थी देने का काम करता है और ये केंद्र सरकार मुसलमानों के साथ, दलितों के साथ और भी माइनॉरिटियों के साथ ये छल कर रहा है, धोखा दे रहा है और मुसलमानों को नहीं बल्कि पूरे देशवासियों को गुमराह कर रहा है। ਵੱਖ-ਵੱਖ ਵਰਗ ਦੇ ਮੁਲਾਜ਼ਮਾਂ ਤੇ ਮਜ਼ਦੂਰਾਂ ਵੱਲੋਂ ਸਰਕਾਰ ਖਿਲਾਫ ਧਰਨੇ ਲਗਾਏ ਜਾ ਰਹੇ ਹਨ, ਪਰ ਇਨ੍ਹਾਂ ਧਰਨਿਆਂ ਅਤੇ ਰੋਸ ਪ੍ਰਦਰਸ਼ਨ ਦੌਰਾਨ ਆਪਣੀ ਸੁਰੱਖਿਆ ਦਾ ਧਿਆਨ ਰੱਖਣਾ ਤਾਂ ਆਪਣੇ ਹੱਥ ਹੀ ਹੈ। ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਆਸਲ ਵਿਖੇ ਕਾਂਗਰਸ ਪਾਰਟੀ ਦੀ ਸਰਪੰਚ ਬੀਬੀ ਬਲਵਿੰਦਰ ਕੌਰ ਦੇ ਲੜਕੇ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਆਸਲ ਦਾ 26 ਸਾਲਾ ਨੌਜਵਾਨ ਹਰਪ੍ਰੀਤ ਸਿੰਘ ਪੁੱਤਰ ਜਸਬੀਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਹਰਪ੍ਰੀਤ ਸਿੰਘ ਨਸ਼ੇ ਦਾ ਆਦੀ ਸੀ, ਜਿਸ ਨੂੰ ਕਈ ਵਾਰ ਨਸ਼ਾ ਛਡਾਊ ਸੈਂਟਰ 'ਚ ਭਰਤੀ ਕਰਵਾਇਆ ਗਿਆ ਸੀ, ਪਰ ਉਹ ਨਸ਼ੇ ਤੋਂ ਛੁਟਕਾਰਾ ਨਹੀਂ ਪਾ ਸਕਿਆ, ਜਿਸ ਨੂੰ ਲੈ ਕੇ ਬੀਤੀ ਰਾਤ 12 ਵਜੇ ਦੇ ਕਰੀਬ ਉਸ ਵੱਲੋਂ ਨਸ਼ੇ ਦਾ ਟੀਕਾ ਲਗਾਇਆ ਗਿਆ, ਜਿਸ ਦੀ ਓਵਰਡੋਜ਼ ਨਾਲ ਉਸ ਦੀ ਮੌਤ ਹੋ ਗਈ। ਨਸ਼ਾ ਜੀ ਵੇਚੀ ਜਾਂਦੀਆਂ ਸਾਡੇ ਬਰਨਾਲੇ ਦੇ ਵਿੱਚ ਬਹੁਤ ਗੋਲੀ ਗੱਟਾ ਸ਼ਰਾਬ ਪਿਆਲਾ ਬਹੁਤ ਵਿੱਚ ਵੇਚਣ ਡਿਆ ਏ ਤੇ ਸਭ ਬੰਦੇ ਮੁੰਡੇ ਸਭ ਐ ਬਰਬਾਦ ਹੋ ਜਾਂਦੇ। ਜਨਾਨੀਆਂ ਵੀ ਬਹੁਤ ਨਸ਼ਾ ਕਰ ਰਹੀਆਂ ਏ, ਜਨਾਨੀਆਂ ਹੀ ਵੇਚੀ ਜਾਂਦੀਆਂ। 2 ਨੰਬਰ ਦਾ ਧੰਦਾ ਘਰ ਆਣ ਕੇ ਕੀਤੀ ਜਾਂਦੀਆਂ ਤੇ ਸਰਕਾਰ ਤਾਂ ਮੰਗੇ ਹੋਈ ਵੀ ਨਸ਼ਾ ਛਡਾਓ, ਇਹ ਨਸ਼ੇ ਬੰਦ ਕਰੋ, ਨਸ਼ਾ ਛਡਾਓ। ਜੇ ਹੋਰ ਸਾਰਾ ਕੁਝ ਆਪਾਂ ਕਰ ਸਕਦੇ ਆ ਆਓ ਤੇ ਨਸ਼ਾ ਵੀ ਤੁਸੀਂ ਬੰਦ ਕਰੋ। ਕਿਉਂ ਤੁਸੀਂ ਜ਼ਿੰਦਗੀ ਬਰਬਾਦ ਨੌਜਵਾਨਾਂ ਦੀ ਕਰ ਰਹੇ ਜੇ? ਜਨਾਨੀਆਂ ਵੀ ਨਸ਼ਾ ਵੇਚੀ ਜਾਂਦੀਆਂ, ਨਸ਼ਾ ਫਿਰ ਆਉਂਦਾ ਕਿੱਥੋਂ ਆ? ਸਰਕਾਰ ਘਲਾਉਂਦੀ ਤੇ ਨਸ਼ਾ ਵੀ ਕੰਢਿਆ ਕਿੱਥੋਂ ਆਉਂਦਾ ਏ? ਸਾਰਾ ਕੁਝ ਇਹ ਕੰਟਰੋਲ ਇਹ ਗੱਲ ਤੇ ਹੋਣਾ ਚਾਹੀਦਾ ਹੈ। ਮੇਰੇ ਕੋਲ ਤਾਂ ਕਰਨ ਵਾਲਾ ਨਹੀਂ ਬੁਲਾਇਆ, ਦੂਜਾ ਮੁੰਡਾ ਅੱਡਿਆ ਤੇ ਕੱਲ ਇੱਕ ਵਾਰਾ ਵਾ ਨਹੀਂ ਨਸ਼ੇ ਕਰਦਾ ਕਿੰਨਾ ਚਿਰ ਤੋਂ ਕਰਦਾ? 2-3 ਸਾਲ ਹੋ ਚੁੱਕੇ। ਤੇ ਡੈਥ ਕਦੋਂ ਕਿੱਦਾਂ ਹੋਈ? ਇਹ ਟੀਕਾ ਲਾਉਂਦੇ ਸਾਰੇ ਹੋ ਗਏ। ਇੱਕ ਤੁਹਾਨੂੰ ਕਿੱਦਾਂ ਪਤਾ ਲੱਗਾ? ਮੈਂ ਸੀ ਲੱਗ ਗਈ ਸਾਂ, ਬਾਹਰ ਆਏ ਰੋਟੀ ਖਾਣੀ, ਆਂਦਾ ਨਹੀਂ ਰੋਟੀ ਨਹੀਂ ਖਾਣੀ, ਮੰਜੇ ਤੇ ਪੈ ਗਏ। ਮਾਵਾਂ ਬਹੁਤ ਰੋ ਰਹੀਆਂ ਵਾ, ਨਸ਼ੇ ਤੇ ਕਾਬੂ ਪਾਉਣਾ ਚਾਹੀਦਾ। ਮੈਂ ਮੰਗ ਕਰਦਾ ਹੈ ਗੌਰਮੈਂਟ ਗੌਰ ਕਰੇ ਨਾ, 1 ਮਿੰਟ ਗੌਰ ਕਰ ਸਕਦੀ ਹੈ, ਪਰ ਗੌਰਮੈਂਟ ਗੌਰ ਨਹੀਂ ਕਰ ਰਹੀ। ਇਹ ਗੌਰ ਨਹੀਂ ਕਰਦੀ ਗੌਰਮੈਂਟ, ਤਾਂ ਇਹ ਕੰਮ ਵਧ ਰਿਹਾ ਹੈ। ਜੇ ਗੌਰਮੈਂਟ ਗੌਰ ਕਰੇ ਤੇ 1 ਮਿੰਟ ਗੌਰ ਹੋ ਸਕਦਾ। ਗੌਰਮੈਂਟ ਕਿਉਂ ਕਹਿੰਦੇ ਗੌਰਮੈਂਟ 1 ਮਿੰਟ 'ਚ ਗੌਰ ਕਰ ਸਕਦੀ ਹੈ। ਕੋਰੋਨਾ ਮਹਾਮਾਰੀ ਜਿਨੇ ਵੱਡੇ ਕਾਰੋਬਾਰੀਆਂ ਦੇ ਕਾਰੋਬਾਰ ਨੂੰ ਠੱਪ ਕਰਕੇ ਰੱਖ ਦਿੱਤਾ। ਬਠਿੰਡਾ ਦੇ ਮੈਨਾ ਚੌਂਕ 'ਚ ਸਥਿਤ ਮਨੀ ਢਾਬਾ ਦੇ ਮਾਲਕ ਨਾਲ ਵੀ ਕੁਝ ਅਜਿਹਾ ਹੀ ਹੋਇਆ ਹੈ, ਜਿਸ ਦੇ ਢਾਬੇ 'ਚ ਕਦੇ ਪੈਰ ਰੱਖਣ ਦੀ ਥਾਂ ਨਹੀਂ ਹੁੰਦੀ ਸੀ, ਉੱਥੇ ਹੀ ਹੁਣ ਉਹ ਆਪਣੇ ਪਰਿਵਾਰ ਨੂੰ ਪਾਲਣ ਲਈ ਢਾਬੇ ਨੂੰ ਬੰਦ ਕਰਕੇ ਸਬਜ਼ੀਆਂ ਦੀ ਫੜੀ ਲਗਾ ਰਿਹਾ ਹੈ। ਉਹਨਾਂ ਦੱਸਿਆ ਕਿ ਕੋਰੋਨਾ ਵਾਇਰਸ ਕਾਰਨ ਲੋਕਾਂ ਕੋਲ ਢਾਬਿਆਂ ਤੋਂ ਰੋਟੀ ਖਾਣ ਲਈ ਇੰਨੇ ਪੈਸੇ ਨਹੀਂ ਹਨ। ਇੰਨਾ ਹੀ ਨਹੀਂ, ਕੰਮ ਕਰਨ ਵਾਲੇ ਕਾਮੇ ਵੀ ਉਪਲਬਧ ਨਹੀਂ ਹਨ ਜਿਹੜੇ ਢਾਬੇ ਦੇ ਵਿੱਚ ਕੰਮ ਕਰ ਸਕਣ। ਬਾਕੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਢਾਬਿਆਂ ਨੂੰ ਖੋਲ੍ਹਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ। ਮੇਰਾ ਵੀਰ ਜੀ 2004 ਦੇ ਵਿੱਚ ਅਸੀਂ ਓਪਨਿੰਗ ਕੀਤੀ ਸੀ ਮਨੀ ਢਾਬੇ ਦੀ, ਜਿੱਥੇ ਅਸੀਂ ਪਿਓਰ ਵੈਜੀਟੇਰੀਅਨ ਖਾਣਾ ਪ੍ਰੋਵਾਈਡ, ਲੋਕਾਂ ਤੱਕ ਪਿਓਰ ਵੈਜੀਟੇਰੀਅਨ ਖਾਣਾ ਪ੍ਰੋਵਾਈਡ ਕਰਦੇ ਹਾਂ। ਔਰ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਦੇ ਹਾਲਾਤ ਕੀ ਹੈ। ਲਾਕਡਾਊਨ ਨੂੰ ਲੰਬਾ ਸਮਾਂ ਹੋ ਗਿਆ ਭਾਜੀ। ਹਾਂਜੀ, ਵੀ ਇੰਨਾ ਟਾਈਮ ਤੁਸੀਂ ਕੀ ਕੀਤਾ ਹੈ? ਵੀ ਜਦੋਂ ਲਾਕਡਾਊਨ ਦੀ ਗੱਲ ਚੱਲ ਰਹੀ ਸੀ ਤਾਂ ਸਾਨੂੰ ਆਪਾਂ ਲੋਕਾਂ ਨੂੰ ਇਹ ਗੱਲ ਕਹੀ ਗਈ ਸੀ ਵੀ ਜੀ ਕੱਲ੍ਹ ਦਾ ਦਿਨ ਇੰਡੀਆ ਬੰਦ ਹੈ। ਕਿੰਨੀ ਤਰੀਕ? 22 ਤਰੀਕ, 21 ਤਰੀਕ ਸੀ ਮੇਰੇ ਖਿਆਲ 'ਚ ਤੇ 22 ਤਰੀਕ। ਤਾਂ ਸਾਨੂੰ ਐਂ ਸੀ ਵੀ 22 ਤਰੀਕ ਹੈ, ਚਲੋ ਆਫ ਹੈ, ਇੱਕ ਇੰਡੀਆ ਬੰਦ ਹੈ ਤਾਂ ਕੱਲ੍ਹ ਨੂੰ ਓਪਨ ਹੋ ਜਾਏਗਾ। ਤਾਂ ਸਾਨੂੰ ਇਹ ਚੀਜ਼ ਦਾ ਕੋਈ ਅੰਦਾਜ਼ਾ ਹੀ ਨਹੀਂ ਸੀ ਵੀ ਲਾਕਡਾਊਨ ਯਾਨੀ 22 ਤਰੀਕ ਤੋਂ ਲੈ ਕੇ ਅੱਜ ਤੱਕ ਪ੍ਰੈਜ਼ੈਂਟ ਚੱਲਦਾ ਰਹੇਗਾ। ਔਰ ਉਸ ਚੀਜ਼ ਦਾ ਸਾਨੂੰ ਬਹੁਤ ਵੱਡਾ ਝਟਕਾ ਲੱਗਿਆ ਵੀਰ ਜੀ, ਕਿਉਂਕਿ ਸਾਡੇ ਕੋਲੇ ਲੇਬਰ ਸੀਗੀ 10 ਲਗਭਗ 10 ਬੰਦਿਆਂ ਦੇ ਸੀਗੇ ਸਾਡੇ ਕੋਲ ਲੇਬਰ ਸੀਗੀ। ਔਰ ਉਹਨਾਂ ਨੂੰ ਲੇਬਰ ਦੇਖੋ ਫ੍ਰੀ ਮਤਲਬ ਕਿ ਸਾਡੇ ਕੋਲ ਲੇਬਰ ਰਹਿ ਰਹੀ ਸੀ, ਉਹਨਾਂ ਨੂੰ ਅਸੀਂ ਖਾਣਾ ਪਾਣੀ ਦੇ ਰਹੇ ਸੀ ਰੈਗੂਲਰ 3 ਟਾਈਮ ਅਸੀਂ ਉਹਨਾਂ ਨੂੰ ਖਾਣਾ ਦੇ ਰਹੇ ਸੀ, ਕਿਉਂਕਿ ਸਾਡੇ ਕੋਲ ਉਹ ਕਾਫੀ ਦੇਰ ਦੀ ਜੁੜੀ ਹੋਈ ਹੈ ਸਾਡੇ ਨਾਲ। ਮੈਨੂੰ 16 ਸਾਲ ਦੇ ਲਗਭਗ ਕੰਮ ਕਰਦੇ ਨੂੰ ਹੋ ਗਏ ਔਰ 16 ਸਾਲ ਤੋਂ ਮੇਰੇ ਕੋਲ ਪਰਮਾਨੈਂਟਲੀ ਲੇਬਰ ਕੰਮ ਕਰ ਰਹੀ ਹੈ। ਠੀਕ ਹੈ ਜੀ। ਔਰ ਨੁਕਸਾਨ ਦੀ ਗੱਲ ਇਹ ਹੈ ਵੀ ਜਿਵੇਂ ਲਾਕਡਾਊਨ ਦੀ ਆਪਾਂ ਗੱਲ ਕਰਦੇ ਹਾਂ ਤਾਂ ਲੇਬਰ ਤਾਂ ਸਾਡੇ ਕੋਲ ਸੀਗੀ ਪਰ ਲਾਕਡਾਊਨ ਲੰਬਾ ਚੱਲਣ ਦੇ ਨਾਲ ਉਹ ਲੇਬਰ ਵੀ ਪਰੇਸ਼ਾਨ ਹੋ ਗਈ ਸੀ। ਤਾਂ ਸਾਨੂੰ ਉਹ ਇਹ ਗੱਲ ਕਹਿ ਰਹੀ ਸੀ ਵੀ ਸਰਦਾਰ ਜੀ ਸਾਨੂੰ ਘਰ ਭੇਜ ਦਿਓ।
ਅਸੀਂ ਬਹੁਤ ਟਰਾਈ ਕੀਤੀ, ਕਦੇ ਡੀਸੀ ਉਹ ਮੈਂਟਲੀ ਘਰ ਜਾਣਾ ਚਾਹੁੰਦੇ ਸੀ, ਉਹਨਾਂ ਦੀ ਮੈਂਟਲੀ ਹਾਲਤ ਹੀ ਬਣ ਗਈ ਸੀ। ਹਾਂ ਮੈਂਟਲੀ ਹਾਲਾਤ ਖਾਣਾ ਸਹੀ ਮਿਲ ਰਿਹਾ ਸੀ ਉਹਨਾਂ ਨੂੰ। ਖਾਣੇ ਦੇ ਵਿੱਚ ਉਹਨਾਂ ਨੂੰ ਕੋਈ ਪ੍ਰੋਬਲਮ ਸੀ। ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਯਾਰ ਤੁਹਾਨੂੰ ਕੋਈ ਸਮੱਸਿਆ ਤਾਂ ਨਹੀਂ, ਮੇਰੇ ਲਾਇਕ ਤਾਂ ਕੋਈ ਸਮੱਸਿਆ ਤਾਂ ਨਹੀਂ। ਕਹਿੰਦੇ ਸਰ ਜੀ ਤੁਸੀਂ ਸਾਨੂੰ ਵਿਹਲੇ ਬਿਠਾ ਕੇ ਵੀ ਸਾਨੂੰ ਖਾਣਾ ਪ੍ਰੋਵਾਈਡ ਕਰ ਰਹੇ ਹੋ, ਔਰ ਖਾਣਾ ਵੀ ਤੁਸੀਂ ਦੇਖੋ ਸਾਡੀ ਚੁਆਇਸ ਦੇ ਮੁਤਾਬਕ ਅਸੀਂ ਤੁਹਾਨੂੰ ਪੁੱਛਦੇ ਵੀ ਇਹ ਸਬਜ਼ੀ ਲਿਆ ਕੇ ਦਿਓ, ਤੁਸੀਂ ਮਿੰਟੋ ਮਿੰਟ ਬਾਜ਼ਾਰ ਜਾ ਕੇ ਸਾਨੂੰ ਉਹੀ ਸਬਜ਼ੀ ਲਿਆ ਕੇ ਦੇ ਦਿੰਦੇ ਹੋ। ਕਹਿੰਦੇ ਸਾਨੂੰ ਤੁਹਾਡੇ ਤੱਕ ਕੋਈ ਸਮੱਸਿਆ ਨਹੀਂ ਹੈ, ਪਰ ਅਸੀਂ ਇੱਥੇ ਵਿਹਲੇ ਰਹਿ ਕੇ ਅਪਸੈਟ ਹੋ ਰੱਖੇ ਹਾਂ, ਸਾਨੂੰ ਇਹ ਨਹੀਂ ਪਤਾ ਕਿ ਲਾਕਡਾਊਨ ਕਿੰਨੀ ਦੇਰ ਚੱਲੇਗਾ। ਸੋਸ਼ਲ ਡਿਸਟੈਂਸ ਬਣਾਏ ਰੱਖਣ ਲਈ ਡਿਪਟੀ ਕਮਿਸ਼ਨਰ ਨੇ ਦੁਕਾਨਦਾਰਾਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਗੁਰਦਾਸਪੁਰ ਦੇ ਡੀਸੀ ਮੁਹੰਮਦ ਅਸ਼ਫਾਕ ਨੇ ਕਰੋਨਾ ਵਾਇਰਸ ਤੋਂ ਬਚਣ ਲਈ ਗੁਰਦਾਸਪੁਰ ਜ਼ਿਲ੍ਹੇ ਦੇ ਦੁਕਾਨਦਾਰਾਂ ਅਤੇ ਸਮਾਜ ਸੇਵੀ ਸੰਸਥਾਵਾਂ ਨਾਲ ਮੀਟਿੰਗ ਕੀਤੀ ਅਤੇ ਉਹਨਾਂ ਨੂੰ ਨਿਰਦੇਸ਼ ਦਿੱਤੇ ਕਿ ਜ਼ਿਲ੍ਹੇ ਦੇ ਸਾਰੇ ਦੁਕਾਨਦਾਰ ਸੋਸ਼ਲ ਡਿਸਟੈਂਸ ਬਣਾ ਕੇ ਆਪਣਾ ਕੰਮ ਕਰਨ ਅਤੇ ਆਪਣੀ ਦੁਕਾਨਾਂ ਅਤੇ ਕਿਸੇ ਤਰ੍ਹਾਂ ਦੀ ਭੀੜ ਨਾ ਲੱਗੇ। ਜੇਕਰ ਕੋਈ ਦੁਕਾਨਦਾਰ ਇਸ ਲਈ ਦੋਸ਼ੀ ਪਾਇਆ ਗਿਆ ਤਾਂ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਅਤੇ ਇਸ ਦੇ ਨਾਲ ਦੁਕਾਨਦਾਰ ਅਤੇ ਗਾਹਕ ਨੂੰ ਵੀ ਮਾਸਕ ਜ਼ਰੂਰੀ ਹੋਵੇਗਾ ਅਤੇ ਕੋਈ ਮਾਸਕ ਨਾ ਲਗਾਉਣ ਤੇ ਉਸ ਨੂੰ 200 ਰੁਪਏ ਜੁਰਮਾਨਾ ਲਗਾਇਆ ਜਾਵੇਗਾ ਅਤੇ ਨਾਲ ਹੀ ਉਸ ਦਾ ਕਰੋਨਾ ਟੈਸਟ ਵੀ ਕੀਤਾ ਜਾਵੇਗਾ। ਲਾਕਡਾਊਨ ਦੀਆਂ ਸ਼ਰਤਾਂ ਕਾਫੀ ਢਿੱਲੀਆਂ ਕੀਤੀਆਂ ਨੇ ਤੇ ਉਹਦੇ ਕਰਕੇ ਇੱਕ ਬੜਾ ਕੰਸਰਨ ਸਾਹਮਣੇ ਆ ਰਿਹਾ ਹੈ ਕਿ ਸੋਸ਼ਲ ਡਿਸਟੈਂਸਿੰਗ ਫੋਲੋ ਨਹੀਂ ਹੋ ਰਹੀ ਹੈ। ਅੱਜ ਅਸੀਂ ਬੜੀ ਇੱਕ ਡਿਟੇਲ ਮੀਟਿੰਗ ਕੀਤੀ ਹੈ, 1.5-2 ਘੰਟੇ ਦੇ ਵਿੱਚ ਅਸੀਂ ਪੂਰਾ ਇੱਕ ਪਲਾਨ ਤਿਆਰ ਕੀਤਾ ਹੈ। ਉਹਦੇ ਦੋ ਗੱਲਾਂ ਕਰਾਂਗੇ, ਇੱਕ ਤਾਂ ਲੋਕਾਂ ਨੂੰ ਅਵੇਅਰਨੈਸ ਕੈਂਪੇਨ, ਦੂਸਰਾ ਜਿਹੜੇ ਦੁਕਾਨਦਾਰਾਂ ਦੇ ਸੇਲਜ਼ਮੈਨ ਨੇ ਉਹਨਾਂ ਨੂੰ ਟ੍ਰੇਨਿੰਗ ਕਿ ਕਿੱਦਾਂ ਕਸਟਮਰ ਨੂੰ ਹੈਂਡਲ ਕਰਨਾ ਹੈ, ਕਿੱਦਾਂ ਸੋਸ਼ਲ ਡਿਸਟੈਂਸਿੰਗ ਕਰਨੀ ਹੈ, ਔਰ ਤੀਜਾ ਫਾਈਨ ਕਿ ਜੇਕਰ ਬੰਦਾ ਨਹੀਂ ਕਰਦਾ, ਮਾਸਕ ਪਾਇਆ ਨਹੀਂ ਪਾਇਆ ਗਿਆ ਤਾਂ 200 ਰੁਪਏ ਫਾਈਨ ਹੋਊਗਾ ਉਹਨੂੰ, ਤੇ ਜੇ ਬੰਦਾ ਕੋਈ ਥੁੱਕਦਾ ਪਾਏਗਾ 100 ਰੁਪਏ ਫਾਈਨ ਹੋਏਗਾ। ਔਰ ਇਹ ਕੱਲ੍ਹ ਤੋਂ ਸ਼ੁਰੂ ਹੋ ਰਿਹਾ। ਅਸੀਂ ਇੱਕ ਪੂਰਾ ਕੈਂਪੇਨ ਬਣਾਇਆ, ਉਹਦੇ 'ਚ ਬੈਨਰ ਵੀ ਲਾਏ ਜਾਣਗੇ। ਸਾਡੇ ਐਸਟੀਮ ਡੇਰਾ ਬਾਬਾ ਨਾਨਕ ਜਿਹੜੇ ਗੁਰਸਿਮਰਨ ਜੀ ਢਿੱਲੋਂ ਨੇ ਇਹਦੇ ਇੰਚਾਰਜ ਹੋਣਗੇ, ਇਹ ਪੂਰੇ ਜ਼ਿਲ੍ਹੇ 'ਚ ਕੈਂਪੇਨ ਕਰਨਗੇ। ਔਰ ਇਹਦੇ ਨਾਲ ਜੇ ਸਾਨੂੰ ਲੱਗੇਗਾ ਕਿ ਕਿਸੇ ਥਾਂ 'ਤੇ ਸੋਸ਼ਲ ਡਿਸਟੈਂਸਿੰਗ ਫਾਲੋ ਨਹੀਂ ਹੋ ਰਹੀ ਹੈ ਤਾਂ ਜਿਹੜੇ ਬੰਦੇ ਉਹਦੀ ਉਲੰਘਣਾ ਕਰਦੇ ਹੋਣਗੇ ਉਹਨਾਂ ਦੇ ਅਸੀਂ ਕੋਵਿਡ ਦੇ ਸੈਂਪਲ ਵੀ ਲਵਾਂਗੇ, ਇਹ ਚੈੱਕ ਕਰਨ ਵਾਸਤੇ ਕਿ ਕਿਤੇ ਉਹਨਾਂ ਨੂੰ ਕਰੋਨਾ ਹੋ ਤਾਂ ਨਹੀਂ ਗਿਆ ਹੈਗਾ। ਤੋਂ ਇਹ ਬੜਾ ਇੱਕ ਡਿਟੇਲ ਪਲਾਨ ਬਣਾਇਆ ਹੈ। ਸਾਡਾ ਜਿਹੜਾ ਅੱਜ ਮੀਟਿੰਗ ਹੋਈ ਹੈ ਇਹ 'ਚ ਦੀਨਾਨਗਰ ਤੋਂ, ਗੁਰਦਾਸਪੁਰ ਤੋਂ, ਬਟਾਲਾ ਤੋਂ, ਹੋਰ ਸ਼ਹਿਰਾਂ ਤੋਂ ਜਿਹੜੇ ਜਥੇਬੰਦੀਆਂ ਨੇ ਦੁਕਾਨਦਾਰਾਂ ਦੀਆਂ ਆਈਆਂ ਸੀਗੀਆਂ, ਸਾਡੇ ਆਫੀਸਰ ਸਾਹਿਬਾਨ ਵੀ ਸੀਗੇ, NGOs ਵੀ ਸੀਗੇ, ਇਹ ਸਾਰੇ ਮਿਲ ਕੇ ਇਸ ਕੰਮ ਕਰ। ਪਾਵਨ ਨਗਰੀ ਸੁਲਤਾਨਪੁਰ ਲੋਧੀ ਨੂੰ ਸੁੰਦਰ ਅਤੇ ਸਵੱਛ ਰੱਖਣ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ ਅਤੇ ਇਸ ਦੀ ਦਿੱਖ ਨੂੰ ਹੋਰ ਸੁੰਦਰ ਬਣਾਉਣ ਲਈ ਵਿਸ਼ੇਸ਼ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਦਾਅਵਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਵੀਰਵਾਰ ਨੂੰ 20 ਲੱਖ ਰੁਪਏ ਦੀ ਲਾਗਤ ਨਾਲ ਸ਼ਹਿਰ ਨੂੰ ਸਾਫ਼ ਰੱਖਣ ਵਾਲੀ ਅਤਿ ਆਧੁਨਿਕ ਮਸ਼ੀਨ ਦਾ ਉਦਘਾਟਨ ਕਰਨ ਦੇ ਦੌਰਾਨ ਮੀਡੀਆ ਨਾਲ ਗੱਲਬਾਤ ਵਿੱਚ ਕੀਤਾ। ਇਹਨਾਂ ਦਾ ਕਰਕੇ ਕਰਾਂਗੇ। ਇਹ ਮਾਨਯੋਗ ਸਾਡੇ ਮੈਂਬਰ ਪਾਰਲੀਮੈਂਟ ਸਾਹਿਬ ਜਸਵੀਰ ਸਿੰਘ ਡਿੰਪਾ ਜੀ, ਉਹਨਾਂ ਨੇ ਇਹ ਦਿੱਤੀ ਆਪਣੇ ਫੰਡ ਤੋਂ ਲੈ ਕੇ। ਇਹਦੀ ਕਿੰਨੀ ਲਾਗਤ ਹੋਊ? ਇਹਦੀ 20 ਲੱਖ ਤੋਂ ਉੱਪਰ ਹੀ ਹੋਣੀ, ਮੈਨੂੰ ਲੱਗਦਾ 20 ਲੱਖ ਤੋਂ ਉੱਪਰ ਹੀ। ਤੇ ਇਸ ਤੋਂ ਇਲਾਵਾ ਸਰ ਸੁਲਤਾਨਪੁਰ ਲੋਧੀ ਕਿਸ ਤਰ੍ਹਾਂ ਦੀਆਂ ਉਹਨਾਂ ਦੇ ਮਸ਼ੀਨਾਂ ਆ ਚੁੱਕੀਆਂ 5.5 ਸਾਲਾਂ ਦੇ? 5.5 ਸਾਲਾਂ ਤੇ ਬਹੁਤ ਤੁਸੀਂ ਅੱਗੇ ਵੀ ਕਵਰ ਕੀਤਾ ਆ। ਹਰ ਤਰ੍ਹਾਂ ਦੀ ਤਕਰੀਬਨ ਮਸ਼ੀਨ ਆ ਚੁੱਕੀ ਆ, ਕੂੜਿਆਂ ਲਈ, ਜਿਹੜਾ ਛੋਟੇ ਹਾਥੀ ਤੋਂ ਲੈ ਕੇ ਛੋਟੇ ਤੋਂ ਛੋਟਾ ਜਿਹੜਾ ਮਸ਼ੀਨਰੀ ਵੀ, ਵੱਡੀ ਵੀ, ਜਿਹੜਾ JCB ਮਸ਼ੀਨਾਂ ਹੋਣ, ਟਰੈਕਟਰ ਹੋਣ, ਟਰਾਲੀਆਂ ਹੋਣ, ਫਾਇਰ ਬ੍ਰਿਗੇਡ, ਹਰ ਤਰ੍ਹਾਂ ਦੀ ਜਿਹੜੀ ਆ ਮਸ਼ੀਨਾਂ ਆ ਚੁੱਕੀਆਂ ਨੇ, JCB ਵੀ। ਇੱਕ ਸਰ ਆਣਾ ਗੁਰਜੀਤ ਸਿੰਘ ਦੀ ਸ਼ਰਾਬ ਕਾਰੋਬਾਰੀ ਫੈਕਟਰੀ ਫੜੀ ਗਈ ਨਜਾਇਜ਼, ਉਹਨਾਂ ਨਾਲ ਫੋਟੋਆਂ ਵਾਇਰਲ ਹੋ ਰਹੀਆਂ ਮਾਲਕਾਂ ਨਾਲ ਜਿਹੜੇ ਕਾਬੂ ਹੋਏ ਆ ਬੰਦੇ ਦਾ ਪਰਚਾ ਦਰਜ ਹੋਇਆ, ਇਸ ਬਾਰੇ ਤੁਹਾਡਾ ਕੀ ਕਹਿਣਾ? ਫੋਟੋਆਂ ਦੇ ਅੱਜ ਕੱਲ੍ਹ ਹਰ ਕਿਸੇ ਦੀਆਂ ਹਰਕਤਾਂ ਵਾਇਰਲ ਹੋ ਜਾਂਦੀਆਂ ਤੇ ਜਿਹੜਾ ਹੁਣ ਜੇ ਕਿਸੇ ਦਾ ਹੋਇਆ ਜਾਂ ਹੈਗਾ ਤੇ ਜੇ ਕਿਉਂ ਸ਼ਰਾਬ ਦਾ ਬੜਾ ਗੰਭੀਰ ਮੁੱਦਾ ਜਿਹੜਾ ਪਿੱਛੇ ਜਾ ਉੱਠਿਆ ਔਰ ਇਹਦੇ ਵਿੱਚ ਜਿਹੜੀ ਨਕਲੀ ਸ਼ਰਾਬ ਬਣੀ ਆ ਉਹ ਬਿਲਕੁਲ ਗਲਤ ਲੋਕ ਜਿਹੜੀ ਗਈ ਹੋਣੀ, ਲੋਕਾਂ ਨੇ ਪੀਤੀ ਹੋਣੀ ਆ, ਨੁਕਸਾਨ ਵੀ ਉਹਦਾ ਹੋਇਆ ਹੋਊਗਾ ਜ਼ਰੂਰ। ਜੇ ਕੋਈ ਫੋਟੋਆਂ ਵਾਇਰਲ ਹੋਣ ਦੀ ਨਹੀਂ ਮੈਂ ਗੱਲ ਕਰਦਾ, ਕਿਸੇ ਨਾ ਕਿਸੇ ਦੀਆਂ ਲੀਡਰਾਂ ਦੀਆਂ ਹਰ ਨਾਲ ਫੋਟੋਆਂ ਹੁੰਦੀਆਂ, ਜੇ ਕੋਈ ਇਹਦੇ ਪਿੱਛੇ ਅਸਲੀਅਤ ਆ ਤਾਂ ਇਨਕੁਆਇਰੀ ਕਰਕੇ ਆਪੇ ਪਤਾ ਲੱਗ ਸਕਦਾ ਉਸ ਚੀਜ਼ ਦਾ। ਬਾਕੀ ਜਿਹੜਾ ਇਹ ਚੀਜ਼ ਤੋਂ ਜਿਹੜਾ ਠੀਕ ਮੈਸੇਜ ਜਿਹੜਾ ਸਰਕਾਰ ਨੇ ਦਿੱਤਾ ਵੀ ਜਿਹੜੀ ਇਹ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਜਿਹੜੀ 2 ਨੰਬਰ ਦੀ ਸ਼ਰਾਬ ਆ, ਉਹ ਅੱਜ ਦੇਖੋ ਤੁਸੀਂ ਪੰਜਾਬ ਦੇ ਵਿੱਚ ਸਾਰੇ ਜਗ੍ਹਾ ਫੜੀ ਜਾ ਰਹੀ ਹੈ ਛਾਪੇ ਵਿੱਚ। ਉਹਨੇ ਕਾਫੀ ਜਗ੍ਹਾ ਤੇ ਵਾਇਰਲ ਹੋਈਆਂ, ਜਿੱਦਾਂ ਆਪਣੇ ਹੋਰ ਵੀ ਮੰਤਰੀ ਸਾਹਿਬਾਨ ਉਹਨਾਂ ਨਾਲ ਵੀ ਹੋਈਆਂ ਵਾ। ਮਤਲਬ ਕੀ ਕਹਿਣਾ, ਜਿੱਦਾਂ ਕਿ ਕਾਫੀ ਇਹ ਵੱਡਾ ਪਰਦਾ ਪਾਸ ਵੀ ਕੀਤਾ ਪੁਲਿਸ ਨੇ, ਤਾਂ ਕੀ ਇਹ ਜਿਹੜਾ ਦੇਖੋ ਪੁਲਿਸ ਨੇ ਜੇ ਮੰਤਰੀਆਂ ਸਾਹਿਬ ਨਾਲ ਵੀ ਜਾਂ ਕਿਸੇ MLA ਸਾਹਿਬਾਨਾਂ ਸਾਡੇ ਨਾਲ ਹੋਈ ਆ ਫੋਟੋ ਵਾਇਰਲ, ਫਿਰ ਵੀ ਪੁਲਿਸ ਨੇ ਸਾਡੀ ਨਹੀਂ ਫੜਿਆ ਨਾ। ਤੇ ਇਸ ਕਰਕੇ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ ਕਾਂਗਰਸ ਦੀ ਜਦੋਂ ਤੋਂ ਬਣੀ ਆ, ਕੋਈ ਹੋਵੇ ਚਾਹੇ ਕਾਂਗਰਸ ਪਾਰਟੀ ਦਾ ਹੋਵੇ, ਅਕਾਲੀ ਦਲ ਦਾ, ਕਿਸੇ ਪਾਰਟੀ ਦਾ ਹੋਵੇ, ਜਿਹੜਾ ਵੀ ਗਲਤ ਕੰਮ ਕਰੂਗਾ ਉਹ ਫੜਿਆ ਜਾਊਗਾ, ਬਖਸ਼ਿਆ ਨਹੀਂ ਜਾਊਗਾ, ਭਾਵੇਂ ਫੋਟੋ ਕਿਸੇ ਨਾਲ ਹੋਵੇ। ਜਾਂਦੇ ਜਾਂਦੇ ਇੱਕ ਵਾਰੀ ਫਿਰ ਰੁਕ ਕਰਦੇ ਹਾਂ ਅੱਜ ਦੀਆਂ ਸੁਰਖੀਆਂ ਵੱਲ। ਭਾਜਪਾ ਦੇ ਰਾਸ਼ਟਰੀ ਸਕੱਤਰ ਦੀ ਕਾਂਗਰਸ ਪਾਰਟੀ ਨੂੰ ਸਲਾਹ, ਮਹਾਤਮਾ ਗਾਂਧੀ ਦੇ ਫਲਸਫੇ ਦੀ ਪਾਲਣਾ ਕਰਨ ਦੀ ਦਿੱਤੀ ਸਲਾਹ।
ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਮਾਮਲਾ ਭਖਿਆ। ਅੰਮ੍ਰਿਤਸਰ ਨੂੰ ਹਾਈਵੇ ਚੋਂ ਬਾਹਰ ਕੱਢੇ ਜਾਣ ਦਾ ਹੋ ਰਿਹਾ ਵਿਰੋਧ। ਹਰਸਿਮਰਤ ਬਾਦਲ ਨੇ ਨਿਤਿਨ ਗਡਕਰੀ ਨੂੰ ਲਿਖੀ ਚਿੱਠੀ। ਸੁਖਪਾਲ ਸਿੰਘ ਖਹਿਰਾ ਕੱਢਣਗੇ ਅਰਵਿੰਦਰ ਪਹਿਲਵਾਨ ਦੇ ਹੱਕ 'ਚ ਕੈਂਡਲ ਮਾਰਚ। 25 ਮਈ ਨੂੰ ਜਲੰਧਰ 'ਚ ਕੱਢਿਆ ਜਾਵੇਗਾ ਕੈਂਡਲ ਮਾਰਚ। ਲੁਧਿਆਣਾ 'ਚ ਸ਼ਾਮ 6 ਵਜੇ ਤੋਂ ਬਾਅਦ ਵੀ ਖੁੱਲੇ ਠੇਕੇ। ਯੂਥ ਅਕਾਲੀ ਦਲ ਨੇ ਕੀਤਾ ਵਿਰੋਧ। ਅੱਜ ਦੇ ਬੁਲੇਟਿਨ ਦੇ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। Ashoka Tandoori Range. Enjoy the Indian taste.